ਪਤਿਤ ਪਾਵਨ ਭਗਤ ਵਛਲ। ਦਸਾਂ ਪਾਤਸ਼ਾਹੀਆਂ ਦੀ ਜੋਤ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਇਮਾਨ ਹੋ ਰਹੀ ਗੁਰੂ ਸਰੂਪ ਸਾਧ ਸੰਗਤ ਜੀ, ਗੁਰਬਖਸ਼ਿਸ਼ ਫਤਿਹ ਪ੍ਰਵਾਨ ਕਰਦੇ ਹੋਏ ਸਰਬੱਤ ਮਾਈ ਭਾਈ ਆਪਣੇ ਮੁਖੋਂ ਉਚਾਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਜੋ ਇਸ ਥਾਂ 'ਤੇ ਰਾਤਰੀ ਦੇ ਦੀਵਾਨ ਸਜ ਰਹੇ ਹਨ, ਵਿਦਿਆ ਮਾਰਤੰਡ ਪੂਰਨ ਤਤ ਬੇਤੇ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਸੰਤ ਗੁਰਚਰਨ ਸਿੰਘ ਜੀ, ਤਿੰਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੋ ਇਹ ਜੋੜ ਮੇਲਾ ਆਰੰਭ ਹੋਇਆ, ਇਸ ਵਿੱਚ ਆਪ ਸਭ ਹਾਜ਼ਰੀ ਭਰ ਰਹੇ ਹੋ। ਗੁਰਬਾਣੀ ਵਿੱਚ ਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਸੰਤਨ ਕੀ ਮਹਿਮਾ ਕਵਨ ਵਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ, ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਤੂਰ ਸੰਤਨ ਕੀ ਨਾਨਕ ਦੀਜੈ। ਹੇ ਪਾਰ ਬ੍ਰਹਮ, ਮੇਰੇ ਉੱਪਰ ਕਿਰਪਾ ਕਰ ਤੇ ਮੈਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜੀ ਬਖਸ਼, ਕਿਉਂਕਿ ਉਸ ਚਰਨ ਧੂੜੀ ਦੇ ਵਿੱਚ ਹੀ ਇਤਨੀ ਸ਼ਕਤੀ ਤੇ ਸਮਰੱਥਾ ਹੈ ਕਿ ਜੋ ਇਸ ਮੱਥੇ ਉੱਪਰ ਲਿਖੇ ਹੋਏ ਬੁਰੇ ਲੇਖ ਨੇ, ਉਹ ਚਰਨ ਧੂੜੀ ਮੇਟ ਕੇ ਤੇ ਲੇਖ ਸਿੱਧੇ ਕਰ ਦੇਵੇ। ਲੇਕਿਨ ਸੰਤ ਪੂਰਨ ਹੋਵੇ, ਸੰਤ ਲਿਬਾਸ ਵਿੱਚ ਅਧੂਰਾ ਨਾ ਕੋਈ ਹੋਵੇ। ਅੱਜ ਦੇ ਸਮੇਂ ਵਿੱਚ ਜੋ ਕੁਝ ਐਸੇ ਵੀ ਸਰੀਰ ਜਗਤ ਵਿੱਚ ਤੁਹਾਨੂੰ ਮਿਲ ਜਾਣਗੇ ਕਿ ਸੰਤ ਨਾਮ ਤੋਂ ਉਹਨਾਂ ਦਾ ਹਿਰਦਾ ਦੁਖੀ ਹੋ ਜਾਂਦਾ। ਉਹ ਕਹਿੰਦੇ ਨੇ, ਕੁਝ ਤਾਂ ਸਾਡੇ ਹੀ ਵਿਦਵਾਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੰਤ ਸ਼ਬਦ ਕੇਵਲ ਲੱਗਦਾ ਹੀ ਗੁਰੂ ਮਹਾਰਾਜ ਜੀ ਦੇ ਨਾਲ ਹੈ, ਹੋਰ ਕੋਈ ਸੰਤ ਹੈ ਹੀ ਨਹੀਂ। ਪਰ ਗੁਰੂ ਕੀ ਸੰਗਤ ਗੁਰਬਾਣੀ ਵਿੱਚ ਸਤਿਗੁਰਾਂ ਨੂੰ ਵੀ ਸੰਤ ਸਰੂਪ ਕਰਕੇ ਵਰਣਨ ਕੀਤਾ, ਲੇਕਿਨ ਮਾਨਸ ਦੇਹ ਅੰਦਰ ਬੰਦਗੀ ਕਰਨ ਵਾਲੇ ਵੀ ਸੰਤ ਹੋਇਆ ਕਰਦੇ ਨੇ, ਪਰ ਬਹੁਤ ਘੱਟ, ਵਿਰਲੇ ਵਿਰਲੇ ਹੁੰਦੇ ਉਹ ਸੰਤ। ਤੇ ਜ਼ਿਆਦਾਤਰ ਲੋਕ ਭੁਲੇਖੇ ਵਿੱਚ ਪੈ ਜਾਂਦੇ ਨੇ। ਜਿਸ ਨੇ ਚੋਲਾ ਪਾਇਆ, ਗਲ ਵਿੱਚ ਮਾਲਾ ਪਾਈ, ਸੋਹਣੀ ਦਸਤਾਰ ਬੰਨ੍ਹੀ, ਚੇਲੇ ਬਾਲ ਕੇ ਨਾਲ ਹਨ, ਤੇ ਉਸ ਨੂੰ ਲੋਕ ਸੰਤ ਕਹਿਣ ਲੱਗ ਪੈਂਦੇ। ਤੇ ਅਸੀਂ ਵੀ, ਸਾਡੀ ਵੀ ਕੁਝ ਮਾਨਸਿਕਤਾ ਐਸੀ ਬਣ ਗਈ ਕਿ ਜਿਸ ਦੇ ਬਾਸ ਠਾਠ ਬਾਠ ਚੰਗੀ ਹੋਵੇ, ਉਸ ਨੂੰ ਅਸੀਂ ਸਮਝਦੇ ਕਿ ਇਹ ਵੱਧ ਪੂਜਨੀਕ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਦੱਸਦੇ ਕਿ ਸੰਤ ਸਮਰੱਥ ਹੁੰਦੇ ਨੇ, ਲੇਕਿਨ ਸੰਗਤ ਕਰਨ ਵਕਤ ਤੂੰ ਪਛਾਣ ਕਰ ਲੈ ਕਿ ਪੂਰਾ ਸੰਤ ਹੈ ਕਿ ਜਾਂ ਅਧੂਰਾ ਸੰਤ ਹੈ। ਜਿਹੜਾ ਪੂਰਾ ਸੰਤ ਹੈ ਉਹ ਪਾਰ ਉਤਾਰਾ ਕਰ ਦੇਵੇਗਾ, ਅਧੂਰਾ ਸੰਤ ਗਲਤ ਰਸਤਾ ਦੱਸੇਗਾ, ਆਪਣੇ ਨਾਲ ਜੋੜ ਕੇ ਨਰਕਗਾਮੀ ਵੀ ਬਣਾ ਦਿੰਦਾ ਹੈ, ਅਧੋਗਤੀ ਨੂੰ ਪਹੁੰਚਾਉਣ ਦਾ ਕਾਰਨ ਬਣ ਜਾਂਦਾ। ਜੈਸੇ ਚੂਨੋ ਖਾਂਡ ਸਵੇਤ ਏਕ ਸੇ ਦਿਖਾਈ ਦੇਤ, ਜਿਸ ਤਰ੍ਹਾਂ ਪੀਸੀ ਹੋਈ ਖੰਡ ਤੇ ਆਟਾ, ਇਹ ਦੋਵੇਂ ਬਾਹਰੋਂ ਇੱਕੋ ਜਿਹੇ ਦਿਖਾਈ ਦਿੰਦੇ। ਖੰਡ ਦੀ ਢੇਰੀ ਲੱਗੀ ਹੋਵੇ ਤੇ ਆਟੇ ਦੀ ਢੇਰੀ ਲੱਗੀ ਹੋਵੇ, ਦੂਰ ਬੰਦੇ ਨੂੰ ਖਿਲਾਰ ਕੇ
ਤੇ ਪੁੱਛਿਆ ਜਾਵੇ ਕਿ ਦੱਸ ਖੰਡ ਕਿਹੜੀ ਹੈ ਤੇ ਆਟਾ ਕਿਹੜਾ ਹੈ, ਉਹ ਦੂਰੋਂ ਦੇਖ ਕੇ ਤੁਹਾਨੂੰ ਨਿਰਣਾ ਕਰਕੇ ਨਹੀਂ ਦੱਸ ਸਕਦਾ ਕਿ ਆਹ ਖੰਡ ਹੈ ਤੇ ਆਹ ਆਟਾ ਹੈ। ਦੂਰ ਪੀਸੀ ਹੋਈ ਖੰਡ ਦੀ ਢੇਰੀ ਤੇ ਆਟੇ ਦੀ ਢੇਰੀ ਦੋਨੇ ਇੱਕੋ ਜਿਹੇ ਹੀ ਪ੍ਰਤੀਤ ਹੁੰਦੇ ਨੇ। ਪਤਾ ਕਦੋਂ ਚੱਲਦਾ ਹੈ ਕਿ ਫਿੱਕਾ ਆਟਾ ਕਿਹੜਾ ਤੇ ਮਿੱਠੀ ਖੰਡ ਕਿਹੜੀ? ਪਾਈਏ ਤਾਂ ਸਵਾਦ ਰਸ ਰਸਨਾ ਕਹਿ ਚਾਖੀਐ। ਜਦੋਂ ਰਸਨਾ ਉੱਪਰ ਰੱਖ ਕੇ ਚਖਣਾ ਕਰੀਏ ਤੇ ਪਤਾ ਚੱਲ ਜਾਂਦਾ ਕਿ ਆਹ ਫਿੱਕਾ ਆਟਾ ਹੈ, ਆਹ ਫਿੱਕੀ ਖੰਡ ਹੈ। ਪੀਤ ਹੀ ਬਰਨ ਹੇਮ ਅਰ ਪੀਤਰ ਹੋਏ। ਪੀਲਾ ਰੰਗ ਹੀ ਸੋਨੇ ਦਾ ਹੁੰਦਾ ਤੇ ਪੀਲਾ ਰੰਗ ਹੀ ਪਿੱਤਲ ਦਾ ਹੁੰਦਾ। ਤੇ ਦੂਰ ਦੋਨੇ ਇਹ ਧਾਤਾਂ ਰੱਖੀਆਂ ਜਾਣ ਤੇ ਪਛਾਣ ਕਰਨੀ ਔਖੀ ਹੋ ਜਾਂਦੀ ਕਿ ਪਿੱਤਲ ਕਿਹੜਾ ਤੇ ਸੋਨਾ ਕਿਹੜਾ। ਦੂਰੋਂ ਦੋਵੇਂ ਇੱਕੋ ਜਿਹੇ ਹੀ ਦਿਸਦੇ ਹਨ, ਲੇਕਿਨ ਜਾਨੀਏ ਮਹਿਤ ਪਾਰਖਦ ਅਗਰ ਰਾਖੀਐ। ਜਦੋਂ ਕਿਸੇ ਪਾਰਖੂ ਅੱਗੇ ਰੱਖ ਦਈਏ, ਉਹ ਪਰਖ ਕੇ ਤੁਹਾਨੂੰ ਦੱਸ ਦਿੰਦਾ ਹੈ ਕਿ ਆਹ ਪਿੱਤਲ ਹੈ, ਆਹ ਸੋਨਾ ਹੈ। ਜੈਸੇ ਕਊਆ ਕੋਕਲਾ ਦੋਨੋਂ ਖਗ ਸਿਆਮ ਤਨ, ਜਿਸ ਤਰ੍ਹਾਂ ਕਾਂ ਤੇ ਕੋਇਲ ਇਹਨਾਂ ਦੋਨਾਂ ਪੰਛੀਆਂ ਦੇ ਸਰੀਰ ਦਾ ਰੰਗ ਇੱਕੋ ਜਿਹਾ ਹੀ ਹੁੰਦਾ। ਦੂਰ ਰੁੱਖ ਤੇ ਬੈਠੇ ਹੋਣ ਦੋਨੇ ਪੰਛੀ, ਤੁਸੀਂ ਪਛਾਣ ਨਹੀਂ ਸਕਦੇ ਕਿ ਕਾਂ ਕਿਹੜਾ ਹੈ ਤੇ ਕੋਇਲ ਕਿਹੜੀ ਹੈ। ਲੇਕਿਨ ਬੂਝੀਐ ਅਸ਼ੁਭ ਸ਼ੁਭ ਸ਼ਬਦ ਸੋ ਭਾਖੀਐ। ਜਦੋਂ ਬੜਬੋਲਾ ਕਾਂ ਆਪਣੀ ਆਵਾਜ਼ੇ ਬੋਲਦਾ ਹੈ ਤੇ ਕੋਇਲ ਆਪਣੀ ਸੁਰੀਲੀ ਆਵਾਜ਼ ਕੱਢਦੀ ਹੈ, ਤਾਂ ਉਹਦੀ ਆਵਾਜ਼ ਤੋਂ ਅਸੀਂ ਪਛਾਣ ਜਾਂਦੇ ਕਿ ਆਹ ਕਾਂ ਹੈ ਤੇ ਆਹ ਕੋਇਲ ਹੈ। ਤੈਸੇ ਹੀ ਅਸਾਧ ਸਾਧ ਚਿਹਨ ਕੇ ਸਮਾਨ ਹੋਤ। ਇਸੇ ਤਰ੍ਹਾਂ ਨਕਲੀ ਸੰਤ, ਨਕਲੀ ਸਾਧੂ ਤੇ ਪੂਰਨ ਸਾਧੂ ਉੱਪਰੋਂ ਤੁਹਾਨੂੰ ਇੱਕੋ ਜਿਹੇ ਹੀ ਦਿਸਣਗੇ, ਬਲਕਿ ਨਕਲੀ ਸਾਧੂ ਦੀ ਚਮਕ ਦਮਕ ਤੁਹਾਨੂੰ ਜ਼ਿਆਦਾ ਦਿਸੇਗੀ ਤੇ ਜਿਹੜਾ ਅਸਲੀ ਹੈ ਉਹ ਜ਼ਿਆਦਾਤਰ ਅਸਲੀ ਸਾਧੂ ਬਹੁਤ ਸਾਦੇ ਲਿਬਾਸ ਵਿੱਚ ਰਹਿੰਦੇ, ਪਰ ਫਿਰ ਵੀ ਨਕਲੀ ਸਾਧੂ ਤੇ ਅਸਲੀ ਸਾਧੂ ਉੱਪਰੋਂ ਤੁਹਾਨੂੰ ਇੱਕੋ ਜਿਹੇ ਪਹਿਰਾਵੇ ਵਿੱਚ ਦਿਸਣਗੇ, ਪਰ ਕਰਨੀ ਕਰਤੂਤ ਲੱਗ ਲੱਛਣ ਕੈ ਲਾਖੀਐ। ਜਦੋਂ ਮਹਾਂਪੁਰਖਾਂ ਦੀ, ਪੂਰਨ ਮਹਾਂਪੁਰਖਾਂ ਦੀ ਕਰਨੀ ਦੇਖੀ ਜਾਵੇ ਤੇ ਨਕਲੀ ਸੰਤ ਦੀਆਂ ਕਰਤੂਤਾਂ ਦੇਖੀਆਂ ਜਾਣ ਤੇ ਫਿਰ ਪਛਾਣ ਪੈ ਜਾਂਦੀ ਕਿ ਨਕਲੀ ਕਿਹੜਾ ਤੇ ਅਸਲੀ ਕਿਹੜਾ। ਬਾਜ਼ਾਰ ਦੇ ਵਿੱਚ ਅਸੀਂ ਜਾਂਦੇ ਹਾਂ, ਕੋਈ ਬਰਤਨ ਖਰੀਦਣਾ ਹੋਵੇ ਤੇ ਮਾਤਾ ਭੈਣ ਬਰਤਨ ਨੂੰ ਖਰੀਦਣ ਤੋਂ ਪਹਿਲੇ ਟੁਨਕਾ ਕੇ ਦੇਖ ਲੈਂਦੀ ਕਿ ਬਰਤਨ ਸਹੀ ਹੈ। ਲੇਕਿਨ ਜਦ ਅਸੀਂ ਕਿਸੇ ਗੁਰਮੁਖ ਕੋਲ ਜਾਂਦੇ ਹਾਂ ਤੇ ਕਦੇ ਅਸੀਂ ਇਹ ਨਹੀਂ ਪਛਾਣਦੇ ਕਿ ਇਹ ਗੁਰੂ ਨੂੰ, ਪੰਥ ਨੂੰ ਸਮਰਪਿਤ ਹੈ ਕਿ ਜਾਂ ਆਪਣੇ ਨਾਲ ਜੋੜਨ ਵਾਲਾ ਬੰਦਾ ਹੈ। ਇਹ ਜਿਨ੍ਹਾਂ ਦੇ ਕੋਲੇ ਮੈਂ ਆ ਰਿਹਾ ਹਾਂ, ਜਿਨ੍ਹਾਂ ਦੀ ਸੰਗਤ ਵਿੱਚ ਬੈਠ ਰਿਹਾ ਹਾਂ, ਇਹ ਗੁਰੂ ਪੰਥ ਨੂੰ ਸਮਰਪਿਤ ਹਨ ਕਿ ਜਾਂ ਆਪਣੇ ਹੀ ਠਾਠ ਬਾਠ ਬਣਾਉਣ ਵਿੱਚ ਲੱਗੇ ਹੋਏ ਨੇ। ਇਹ ਅਸੀਂ ਪਰਖਦੇ ਨਹੀਂ। ਤੇ ਦੁੱਖ ਦੀ ਗੱਲ ਇਹ ਹੈ ਕਿ ਜੇ ਸਾਡਾ ਰੁਕਿਆ ਹੋਇਆ ਕਾਰਜ ਕੋਈ ਰਾਸ ਕਰ ਦੇਵੇ, ਰਿੱਧੀ ਸਿੱਧੀ ਨਾਲ ਅਸੀਂ ਉਸ ਨੂੰ ਰੱਬ ਹੀ ਮੰਨ ਬੈਠਦੇ ਕਿ ਇਹ ਹੀ ਪੂਰਨ ਸੰਤ ਹਨ। ਰਿੱਧੀ ਸਿੱਧੀ ਤਾਂ ਗੁਰੂ ਕੀ ਸੰਗਤ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ ਉਹਨਾਂ ਕੋਲ ਵੀ ਹੁੰਦੀ ਹੈ। ਕਰਾਮਾਤਾਂ ਉਹਨਾਂ ਕੋਲੇ ਵੀ ਹੁੰਦੀਆਂ ਜਿਨ੍ਹਾਂ ਦਾ ਰੱਬ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਜੰਤਰ ਮੰਤਰ ਸਿੱਧ ਕਰਕੇ ਉਹ ਵੀ ਕੰਮ ਕਰ ਦਿੰਦੇ ਨੇ, ਲੇਕਿਨ ਸੰਤ ਬਣਨਾ ਬੜਾ ਔਖਾ ਹੈ। ਸੰਤਾਂ ਦੀ ਜਿਹੜੀ ਰਹਿਤ ਹੈ ਉਹ ਬਹੁਤ ਕਰੜੀ ਹੈ। ਉਹ ਕਿਹੋ ਜਿਹੇ ਹੁੰਦੇ? ਸਾਚ ਨਾਮ ਮੇਰਾ ਮਨ ਲਾਗਾ। ਸੱਚੇ ਪਰਮੇਸ਼ਰ ਦੇ ਨਾਮ ਵਿੱਚ ਮੇਰਾ ਮਨ ਲੱਗ ਗਿਆ। ਐਸਾ ਲੱਗਾ ਕਿ ਲੋਗਨ ਸਿਉ ਮੇਰਾ ਠਾਠਾ ਬਾਗਾ। ਲੋਕਾਂ ਨਾਲ ਮੇਰਾ ਹੁਣ ਲੋੜੀਂਦਾ ਹੀ ਵਿਹਾਰ ਰਿਹਾ।
ਲੋਕਾਂ ਨਾਲ ਉਹ ਕੇਵਲ ਉਨਾ ਕੁ ਹੀ ਵਿਹਾਰ ਰੱਖਦੇ ਨੇ ਜਿੰਨਾ ਕੁ ਅਤ ਜ਼ਰੂਰੀ ਹੋਵੇ, ਬਹੁਤਾ ਨਹੀਂ ਵਿਹਾਰ ਰੱਖਦੇ, ਬਹੁਤ ਘੱਟ ਵਿਹਾਰ ਰੱਖਦੇ ਨੇ। ਬਾਹਰ ਸੂਤ ਸਗਲ ਸਿਉ ਮੌਲਾ, ਜਿਵੇਂ ਸੂਤ ਆਪਸ ਵਿੱਚ ਮਿਲਿਆ ਹੁੰਦਾ, ਬਾਹਰੋਂ ਉਹ ਸਾਰਿਆਂ ਨਾਲ ਇਸ ਤਰ੍ਹਾਂ ਮਿਲੇ ਰਹਿੰਦੇ ਨੇ। ਪਰ ਅਲਿਪਤ ਰਹੋ ਜੈਸੇ ਜਲ ਮਹਿ ਕੌਲਾ, ਅੰਦਰੋਂ ਇਸ ਤਰ੍ਹਾਂ ਨਿਰਲੇਪ ਰਹਿੰਦੇ ਨੇ ਜਿਸ ਤਰ੍ਹਾਂ ਕਵਲ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਮੁਖ ਕੀ ਬਾਤ ਸਗਲ ਸਿਉ ਕਰਤਾ, ਮੂੰਹੋਂ ਸਾਰਿਆਂ ਨਾਲ ਉਹ ਗੱਲਾਂ ਕਰਦੇ ਨੇ, ਪਰ ਜੀ ਸੰਗ ਪ੍ਰਭ ਆਪਣਾ ਧਰਤਾ, ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਯਾਦ ਨੂੰ ਸਦਾ ਟਿਕਾਈ ਰੱਖਦੇ ਹਨ। ਦੀਸ ਆਵਤ ਹੈ ਬਹੁਤ ਪਿਹਾਲਾ, ਬਾਹਰੋਂ ਉਹਨਾਂ ਦਾ ਭਿਆਨਕ ਰੂਪ ਭਾਵੇਂ ਲੋਕਾਂ ਨੂੰ ਨਜ਼ਰ ਆਉਂਦਾ ਹੋਵੇ, ਲੋਕ ਕਹਿੰਦੇ ਹੋਣ ਇਹ ਤਾਂ ਬੜੇ ਰੁੱਖੇ ਸੁਭਾਅ ਦੇ ਨੇ, ਇਹ ਕਿਸੇ ਨਾਲ ਵਿਹਾਰ ਹੀ ਨਹੀਂ ਰੱਖਦੇ, ਕਿਸੇ ਨਾਲ ਗੱਲ ਨਹੀਂ ਕਰਦੇ, ਬਹੁਤ ਰੁੱਖਾ ਜਿਹਾ ਸੁਭਾਅ ਹੈ। ਲੋਕ ਭਾਵੇਂ ਕਹਿੰਦੇ ਹੋਣ ਕਿ ਇਹਨਾਂ ਦਾ ਸਰੂਪ ਬਹੁਤ ਭਿਆਨਕ ਹੈ, ਪਰ ਮਹਾਰਾਜ ਫਰਮਾਉਂਦੇ ਕਿ ਸੰਤ ਦੇ ਹਿਰਦੇ ਨੂੰ ਤੁਸੀਂ ਨਹੀਂ ਦੇਖਿਆ। ਬਾਹਰੋਂ ਲੋਕਾਂ ਨੂੰ ਉਹਨਾਂ ਦਾ ਰੂਪ ਭਾਵੇਂ ਭਿਆਨਕ ਨਜ਼ਰ ਆਉਂਦਾ ਹੋਵੇ, ਪਰ ਸਗਲ ਚਰਨ ਕੀ ਇਹੋ ਮਨਰਾਲਾ, ਅੰਦਰੋਂ ਉਹਨਾਂ ਦੇ ਮਨ ਅੰਦਰ ਇੰਨੀ ਨਿਵਾਣ ਹੁੰਦੀ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਮਨ ਬਣਿਆ ਰਹਿੰਦਾ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਸਾਧੂ ਜਨਾਂ ਨੇ ਪੂਰੇ ਗੁਰੂ ਨੂੰ ਪਾ ਲਿਆ ਤੇ ਪੂਰੇ ਗੁਰਾਂ ਨੇ ਮਿਹਰ ਕਰਕੇ ਹਿਰਦੇ ਅੰਦਰ ਵੀ ਤੇ ਬਾਹਰ ਵੀ ਇੱਕ ਵਾਹਿਗੁਰੂ ਪਰਮੇਸ਼ਰ ਹੀ ਦਿਖਾ ਦਿੱਤਾ। ਸਭ ਕਿਤੇ ਉਹ ਵਾਹਿਗੁਰੂ ਪਰਮੇਸ਼ਰ ਹੀ ਦਿਖਾ ਦਿੱਤਾ। ਜਦੋਂ ਪਰਮੇਸ਼ਰ ਹੀ ਸਭ ਕਿਤੇ ਦੇਖ ਲਿਆ, ਉਹ ਕਹਿੰਦੇ ਨੇ ਲੋਕ ਪੈਸਾ ਇਕੱਠਾ ਕਰਨ ਵਿੱਚ ਲੱਗੇ ਹੋਏ ਨੇ, ਜਾਇਦਾਦ ਇਕੱਠੀ ਬਣਾਉਣ ਵਿੱਚ ਲੱਗੇ ਹੋਏ ਨੇ। ਸਾਡੀ ਜਾਇਦਾਦ, ਸਾਡਾ ਪੈਸਾ ਕੀ ਹੈ? ਉਹ ਹੈ ਪਰਮੇਸ਼ਰ ਦਾ ਨਾਮ, ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਗੁਰੂ ਦਾ ਹੁਕਮ ਸਾਡੀ ਦੌਲਤ ਹੈ। ਸੁਣਿਆ ਹੈ ਗੁਰੂ ਕੀ ਸੰਗਤ, ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਆਨੰਦਪੁਰ ਸਾਹਿਬ ਜੋ ਮਹਾਂਪੁਰਖ ਬਾਬਾ ਲਾਭ ਸਿੰਘ ਜੀ ਹੋਏ, ਤੇ ਉਹਨਾਂ ਤੋਂ ਪਹਿਲੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਗਈ ਕਿ ਇਹ ਸਾਰੀ ਸੇਵਾ ਜਿਹੜੀ ਹੈ ਤੁਸੀਂ ਸੰਭਾਲਣਾ ਕਰੋ। ਤਾਂ ਉਸ ਵਕਤ ਸੰਤ ਮੋਹਨ ਸਿੰਘ ਜੀ ਨੇ ਇਹ ਬਚਨ ਕਹੇ ਕਿ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਬੇਨਤੀ ਕਰੋ, ਉਪਰੰਤ ਜੋ ਹੁਕਮਨਾਮਾ ਆਵੇਗਾ, ਜੇ ਹੁਕਮਨਾਮੇ ਦੇ ਵਿੱਚ ਇੱਕ ਵੀ ਸ਼ਬਦ ਸੇਵਾ ਦਾ ਆ ਗਿਆ ਤਾਂ ਸਾਨੂੰ ਜੋ ਤੁਸੀਂ ਸੇਵਾ ਲਵੋਗੇ ਉਹ ਪ੍ਰਵਾਨ ਹੈ। ਪਰ ਜੇ ਸੇਵਾ ਦਾ ਇੱਕ ਵੀ ਲਫ਼ਜ਼ ਨਾ ਆਇਆ ਹੁਕਮਨਾਮੇ ਦੇ ਵਿੱਚ, ਫਿਰ ਇਹਦਾ ਮਤਲਬ ਹੈ ਕਿ ਬੈਠ ਕੇ ਇੱਕ ਥਾਂ ਤੇ ਆਪਣੀ ਰੱਬ ਦੀ ਇਬਾਦਤ ਕਰੋ। ਅਰਦਾਸ ਕੀਤੀ, ਹੁਕਮਨਾਮਾ ਲਿਆ, ਹੁਕਮਨਾਮੇ ਦੇ ਵਿੱਚ ਸੇਵਾ ਦਾ ਇੱਕ ਸ਼ਬਦ ਵੀ ਨਹੀਂ ਆਇਆ। ਫਿਰ ਮਹਾਂਪੁਰਖ ਕਹਿਣ ਲੱਗੇ ਕਿ ਸਤਿਗੁਰਾਂ ਦੀ ਤਾਂ ਸਾਨੂੰ ਇਹੀ ਆਗਿਆ ਹੈ ਕਿ ਤੁਸੀਂ ਬੈਠ ਕੇ ਭਜਨ ਬੰਦਗੀ ਕਰੋ, ਇਸ ਲਈ ਸਾਨੂੰ ਖਿਮਾ ਬਖਸ਼ਣੀ। ਸਤਿਗੁਰਾਂ ਨੂੰ ਉਹ ਕਿੰਨੇ ਸਮਰਪਿਤ ਹੁੰਦੇ ਨੇ, ਉਹਨਾਂ ਦੀ ਦੌਲਤ ਪਰਮੇਸ਼ਰ ਦਾ ਨਾਮ ਤੇ ਗੁਰੂ ਦਾ ਹੁਕਮ ਹੁੰਦਾ। ਸਤਿਗੁਰਾਂ ਦੇ ਹੁਕਮ ਤੋਂ ਇੱਕ ਰੱਤੀ ਪਰ ਵੀ ਇੱਧਰ ਉੱਧਰ ਉਹ ਗੁਰੂ ਕੇ ਪਿਆਰੇ ਨਹੀਂ ਜਾਂਦੇ। ਉਹਨਾਂ ਦੀ ਸੱਚੀ ਦੌਲਤ ਗੁਰੂ ਦਾ ਹੁਕਮ ਔਰ ਪਰਮੇਸ਼ਰ ਦਾ ਨਾਮ। ਸਾਚ ਨਾਮ ਮੇਰਾ ਮਨ ਮਾਈ, ਮੈਂ ਧਨ ਪਾਇਓ ਹਰ ਨਾਮ। ਹੇ ਭਾਈ, ਮੈਂ ਪਰਮੇਸ਼ਰ ਦਾ ਨਾਮ ਧਨ ਪਾ ਲਿਆ, ਮਨ ਮੇਰੋ ਧਾਵਣ ਤੇ ਛੂਟਿਓ, ਕਰ ਬੈਠੋ ਵਿਸਰਾਮ। ਮੇਰਾ ਮਨ ਭੱਜ ਦੌੜ ਵੱਲੋਂ ਰੁਕ ਗਿਆ, ਨਾਮ ਵਿੱਚ ਵਿਸਰਾਮ ਕਰਕੇ ਬੈਠ ਗਿਆ।
ਹੁਣ ਨਾਮ ਦੇ ਵਿੱਚ ਹੀ ਮਨ ਸਾਡਾ ਟਿਕਿਆ ਰਹਿੰਦਾ ਹੈ ਤੇ ਇਸ ਨਾਮ ਦੇ ਵਿੱਚੋਂ ਬਾਹਰ ਜਾਂਦਾ ਨਹੀਂ। ਉਹਨਾਂ ਦੇ ਪਰਥਾਏ ਸਤਿਗੁਰਾਂ ਨੇ ਇਹ ਬਚਨ ਕਹੇ ਕਿ ਜਨਮ ਮਰਨ ਦੋਹੁ ਮਹਿ ਨਾਹੀਂ, ਜਨ ਪਰ ਉਪਕਾਰੀ ਆਏ। ਜਨਮ ਤੇ ਮਰਨ ਦੋਨਾਂ ਵਿੱਚ ਹੀ ਨਹੀਂ ਹਨ। ਉਹ ਸਾਧੂ ਜਨ ਤਾਂ ਪਰਉਪਕਾਰ ਕਰਨ ਵਾਸਤੇ ਜਗਤ ਵਿੱਚ ਆਉਂਦੇ ਨੇ। ਬਹੁਤ ਪਰਉਪਕਾਰੀ ਸੁਭਾਵ ਹੁੰਦਾ ਉਹਨਾਂ ਦੇ ਹਿਰਦੇ ਵਿੱਚ, ਬਹੁਤ ਦਇਆ ਹੁੰਦੀ। ਪਰ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਵਿਰਲੇ ਵਿਰਲੇ ਹੀ ਲਾਭ ਉਠਾਉਂਦੇ ਹਨ। ਜੇ ਬਹੁਤੇ ਆਉਣ ਵੀ ਤੇ ਜ਼ਿਆਦਾਤਰ ਆਪਣੀਆਂ ਦੁਨਿਆਵੀ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਹੀ ਆਉਂਦੇ ਹਨ। ਪੂਰੀਆਂ ਹੋ ਜਾਂਦੀਆਂ ਚਲੇ ਜਾਂਦੇ। ਉਹਨਾਂ ਦੀ ਇੱਛਾ ਇੱਥੋਂ ਤੱਕ ਹੀ ਹੁੰਦੀ, ਗਰੀਬੀ ਚਲੀ ਜਾਵੇ, ਰੋਗ ਬਿਮਾਰੀ ਮਿਟ ਜਾਵੇ, ਕਾਰਜ ਰੁਕੇ ਹੋਏ ਨੇ ਉਹ ਪੂਰੇ ਹੋ ਜਾਣ, ਪਰਮਾਰਥ ਸਿੱਧ ਹੋ ਜਾਵੇ। ਜਿਸ ਕਾਰਜ ਵਾਸਤੇ ਮਨੁੱਖ ਦੇਹ ਧਾਰਨ ਕੀਤੀ ਹੈ ਉਹ ਸਾਡਾ ਕਾਰਜ ਸਿੱਧ ਹੋ ਜਾਵੇ, ਇਸ ਇੱਛਾ ਵਾਲੇ ਘੱਟ ਹੁੰਦੇ। ਉਹ ਪਰਉਪਕਾਰੀ ਹੁੰਦੇ ਤੇ ਪਰਉਪਕਾਰ ਕਰਨ ਵਾਸਤੇ ਹੀ ਜਗਤ ਵਿੱਚ ਆਉਂਦੇ ਹਨ। ਪਰਉਪਕਾਰੀ ਗੁਰੂ ਪਿਆਰੇ, ਸਤਿਗੁਰਾਂ ਦੇ ਪਿਆਰ ਵਾਲੇ ਬਹੁਤ ਪਰਉਪਕਾਰੀ ਹੁੰਦੇ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਜ ਰਹੇ ਨੇ ਤੇ ਅੰਮ੍ਰਿਤ ਵੇਲੇ ਦੀਵਾਨ ਦੇ ਵਿੱਚ ਭਾਈ ਸੱਤਾ ਤੇ ਭਾਈ ਬਲਵੰਡਾ ਨਿਤ ਆ ਕੇ ਕੀਰਤਨ ਕਰਦੇ ਨੇ। ਸੰਗਤ ਦੀਵਾਨ ਵਿੱਚ ਬੈਠ ਕੇ ਕੀਰਤਨ ਸੁਣਦੀ ਹੈ ਤੇ ਗੁਰੂ ਕੀ ਸੰਗਤ ਇੱਥੇ ਬੇਨਤੀ ਕਰ ਲਈਏ, ਪੁਰਾਤਨ ਗੁਰਸਿੱਖਾਂ ਦੇ ਅੰਦਰ ਕੀਰਤਨ ਸੁਣਨ ਦਾ ਬਹੁਤ ਸ਼ੌਂਕ ਹੁੰਦਾ ਸੀ, ਬਹੁਤ ਰੁਚੀ ਹੁੰਦੀ ਸੀ ਤੇ ਧੰਨ ਭਾਗ ਸਮਝਦੇ ਸੀ ਕਿ ਜੇ ਕਿਤੇ ਨਿਰੋਲ ਕੀਰਤਨ ਦੀ ਸੰਗਤ ਮਿਲ ਜਾਵੇ, ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਹੋਵੇ, ਉਹ ਤਾਂ ਸੁਦਾ ਅੰਮ੍ਰਿਤ ਦੀ ਵਰਖਾ ਹੁੰਦੀ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਗੁਰਬਾਣੀ ਦਾ, ਇਸੇ ਤਰ੍ਹਾਂ ਤਖਤ ਸਾਹਿਬਾਂ ਤੇ ਕੀਰਤਨ ਹੁੰਦਾ। ਇਸ ਤੋਂ ਗਲਤ ਭਾਵ ਨਹੀਂ ਲੈ ਲੈਣਾ ਕਿ ਜਿਹੜਾ ਧਾਰਨਾ ਵਾਲਾ ਕੀਰਤਨ ਹੈ ਉਸ ਦੀ ਕੋਈ ਨਿਖੇਧੀ ਹੈ, ਨਹੀਂ, ਉਹ ਵੀ ਗੁਰੂ ਕਾ ਜਸ ਹੈ। ਲੇਕਿਨ ਗੁਰਬਾਣੀ ਦਾ ਨਿਰੋਲ ਕੀਰਤਨ ਤਾਂ ਸਦਾ ਅੰਮ੍ਰਿਤ ਹੈ। ਸੋ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ। ਜ਼ੁਬਾਨ ਦੇ ਵਿੱਚ ਬਹੁਤ ਰਸ ਤੇ ਸੰਗਤ ਭਾਈ ਸੱਤੇ ਤੇ ਭਾਈ ਬਲਵੰਡੇ ਦੀ ਬਹੁਤ ਸਿਫਤ ਕਰਦੇ ਕਿ ਇਹ ਗੁਰੂ ਕੇ ਕੀਰਤਨੀਏ ਸਿੱਖ ਬਹੁਤ ਸੋਹਣਾ ਕੀਰਤਨ ਕਰਦੇ ਹਨ। ਤੇ ਗੁਰੂ ਕੀ ਸੰਗਤ ਮਾਇਆ ਆਉਣ ਲੱਗ ਪਵੇ, ਲੋਕਾਂ ਵਿੱਚ ਜਸ ਹੋਣ ਲੱਗ ਪਵੇ ਤੇ ਫਿਰ ਹਉਮੈ ਤੋਂ ਬਚੇ ਰਹਿਣਾ ਇਹ ਬੜਾ ਔਖਾ ਹੋ ਜਾਂਦਾ। ਜਸ ਵੀ ਜਗਤ ਦੇ ਵਿੱਚ ਹੋਵੇ, ਮਾਇਆ ਵੀ ਪਾਸ ਆਉਣ ਲੱਗ ਪਵੇ ਤੇ ਸੰਗਤ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਇਹ ਵਿਰਲੇ ਹੀ ਗੁਰਮੁਖਾਂ ਦੇ ਹਿੱਸੇ ਆਇਆ। ਲੇਕਿਨ ਹਉਮੈ ਆ ਗਈ ਮਨ ਅੰਦਰ ਕਿ ਅਸੀਂ ਕੀਰਤਨ ਕਰਦੇ ਹਾਂ ਤਾਂ ਹੀ ਸਤਿਗੁਰਾਂ ਦੇ ਪਾਸ ਸੰਗਤ ਆਉਂਦੀ ਹੈ। ਇਹਨਾਂ ਦੀ ਇੱਕ ਛੋਟੀ ਭੈਣ ਤੇ ਨੌਜਵਾਨ ਹੋਈ, ਉਸ ਵਕਤ ਦੋਨਾਂ ਭਰਾਵਾਂ ਨੇ ਸਲਾਹ ਕੀਤੀ ਕਿ ਹੁਣ ਛੋਟੀ ਭੈਣ ਵਿਆਹਣ ਦੇ ਯੋਗ ਹੋ ਗਈ ਤੇ ਇਸ ਦਾ ਹੁਣ ਆਨੰਦ ਕਾਰਜ ਰਚ ਦੇਈਏ। ਸਲਾਹ ਕਰਕੇ ਘਰ ਲੱਭਾ ਤੇ ਉਸ ਵਕਤ ਗੁਰੂ ਕੀ ਸੰਗਤ ਤੇ ਗੱਲਬਾਤ ਤੋਰ ਲਈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਪਾਸ ਦੋਨੇ ਹੀ ਸਿੱਖ ਚੱਲ ਕੇ ਆਏ। ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਆਪਣੀ ਛੋਟੀ ਭੈਣ ਦਾ ਵਿਆਹ ਰਚਨਾ ਹੈ, ਤੁਸੀਂ ਕਿਰਪਾ ਕਰੋ, ਜੇ ਮਾਇਆ ਦਾ ਗੱਫਾ ਕੁਝ ਖੁੱਲ੍ਹਾ ਮਿਲ ਜਾਵੇ ਤੇ ਵਿਆਹ ਵੀ ਮਹਾਰਾਜ ਜੀ ਚੰਗਾ ਹੋ ਜਾਵੇਗਾ। ਆਏ ਹੋਏ ਸਿੱਖਾਂ ਦੀ ਸੰਗਤ ਦੀ ਸੇਵਾ ਵੀ ਚੰਗੀ ਹੋਵੇਗੀ, ਫਿਰ ਸਾਡੀ ਵੀ ਰੀਝ ਹੈ ਆਪਣੀ ਭੈਣ ਨੂੰ ਤੇ ਵਧੀਆ ਸਮਾਨ ਪੀ ਦਈਏ। ਮਹਾਰਾਜ ਜੀ ਕਹਿਣ ਲੱਗੇ, ਬਿਲਕੁਲ ਐਸਾ ਹੀ ਹੋਣਾ ਚਾਹੀਦਾ ਹੈ, ਦੱਸੋ ਕਿੰਨੀ ਮਾਇਆ ਚਾਹੀਦੀ ਹੈ। ਦੋਨੇ ਭਰਾ ਸੋਚਣ ਲੱਗ ਪਏ ਕਿ ਮਹਾਰਾਜ ਬਹੁਤ ਖੁਸ਼ ਨੇ,
ਮਹਾਰਾਜ ਫਰਮਾਉਣ ਲੱਗੇ, ਦੱਸੋ ਕਿੰਨੀ ਮਾਇਆ ਚਾਹੀਦੀ ਹੈ। ਦੋਨੇ ਭਰਾ ਕਹਿਣ ਲੱਗੇ ਕਿ ਮਹਾਰਾਜ ਜੀ ਤੁਸੀਂ ਤੁਸੀਂ ਸਾਡੇ ਤੇ ਇਹ ਕਿਰਪਾ ਕਰੋ ਕਿ ਕੱਲ ਨੂੰ ਜਿੰਨੀ ਵੀ ਦੀਵਾਨ ਦੇ ਵਿੱਚ ਸੰਗਤ ਵੱਲੋਂ ਕਾਰ ਭੇਟਾ ਹੋਵੇਗੀ, ਉਹ ਸਾਰੀ ਕਾਰ ਭੇਟਾ ਸਾਨੂੰ ਦੇ ਦੇਣੀ। ਕਿਉਂਕਿ ਸਤਿਗੁਰਾਂ ਦੇ ਪਾਸ ਤਾਂ ਮਾਇਆ ਦੇ ਅੰਬਾਰ ਲੱਗ ਜਾਂਦੇ ਸੀ, ਢੇਰ ਲੱਗ ਜਾਂਦੇ ਸੀ, ਜਿਹਦੇ ਵਿੱਚ ਬਹੁਤ ਚੰਗੀਆਂ ਸੌਗਾਤਾਂ ਸਿੱਖ ਸੰਗਤ ਲੈ ਕੇ ਆਇਆ ਕਰਦੀ ਸੀ। ਪੁਰਾਣੇ ਗੁਰਸਿੱਖ ਬਹੁਤ ਸ਼ਰਧਾ ਭਾਵਨਾ ਵਾਲੇ ਹੋਇਆ ਕਰਦੇ। ਜਦੋਂ ਵੀ ਕੋਈ ਚੰਗੀ ਵਧੀਆ ਵਸਤੂ ਮਿਲਣੀ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਤੇ ਸਿੱਖ ਦੇ ਮਨ ਦੇ ਵਿੱਚ ਪਹਿਲਾ ਖਿਆਲ ਇਹ ਆਉਂਦਾ ਕਿ ਇਹ ਬਹੁਤ ਵਧੀਆ ਤੇ ਦੁਰਲੱਭ ਵਸਤੂ ਮਿਲੀ, ਇਹ ਮੈਂ ਸਤਿਗੁਰਾਂ ਦੇ ਅੱਗੇ ਲਿਜਾ ਕੇ ਅਰਪਣ ਕਰਾਂ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹ ਲਵੋ। ਜਦੋਂ ਉਹਨਾਂ ਦੇ ਪਾਸ ਕੋਈ ਵਧੀਆ ਵਸਤੂ ਆਉਂਦੀ, ਉਹ ਚੁੱਕ ਕੇ ਲਾਹੌਰ ਤੋਂ ਤੇ ਅੰਮ੍ਰਿਤਸਰਪੁਰੀ ਨੂੰ ਭੱਜੇ ਆਉਂਦੇ ਤੇ ਲਿਆ ਕੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਅੱਗੇ ਰੱਖ ਦਿੰਦੇ। ਕਿਤੇ ਭਾਈ ਰੂਪਾ ਆਪਣੇ ਪਿਤਾ ਭਾਈ ਸਾਧੂ ਨਾਲ ਜੰਗਲ ਦੇ ਵਿੱਚ ਮਸ਼ਕ ਕੂਨਾ ਪਾਣੀ ਦਾ ਭਰਿਆ ਹੋਇਆ ਰੁੱਖ ਨਾਲ ਲਟਕਾ ਕੇ ਆਪ ਲੱਕੜਾਂ ਕੱਟਣ ਦੀ ਕਾਰ ਕਰਦੇ ਨੇ, ਤੇ ਜਦ ਗਰਮੀ ਦਾ ਮੌਸਮ ਹੋਣ ਕਰਕੇ ਪਿਆਸ ਲੱਗਦੀ, ਆ ਕੇ ਉਸ ਮਸ਼ਕ ਨੂੰ ਹੱਥ ਲਾਉਂਦੇ ਤੇ ਕੀ ਦੇਖਦੇ, ਪਾਣੀ ਬਹੁਤ ਠੰਡਾ ਹੋ ਗਿਆ। ਉਸ ਵਕਤ ਪਿਤਾ ਪੁੱਤਰ ਸੋਚਣ ਲੱਗ ਪੈਂਦੇ, ਪਾਣੀ ਇੰਨਾ ਠੰਡਾ, ਜੇ ਕਿਤੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੇ ਪਾਸ ਹੁੰਦੇ ਤਾਂ ਇਹ ਜਲ ਉਹਨਾਂ ਨੂੰ ਛਕਾਉਂਦੇ। ਗਰਮੀ ਦਾ ਮੌਸਮ, ਠੰਡਾ ਜਲ ਹੈ, ਤੇ ਇਹ ਠੰਡਾ ਜਲ ਇਹੋ ਜਿਹਾ ਛੇਤੀ ਬਣਦਾ ਨਹੀਂ, ਪਰ ਇਹ ਤਾਂ ਸਤਿਗੁਰਾਂ ਦੇ ਛਕਣੇ ਲਾਇਕ ਹੈ। ਸੋ ਇਹ ਪਹਿਲੀ ਜਦੋਂ ਕੋਈ ਵਧੀਆ ਵਸਤੂ ਮਿਲਣੀ ਤੇ ਪਹਿਲਾ ਸਿੱਖ ਦੇ ਵਿੱਚ ਖਿਆਲ ਆਉਣਾ ਕਿ ਇਹ ਮੈਂ ਸਤਿਗੁਰਾਂ ਦੇ ਅੱਗੇ ਲਿਜਾ ਕੇ ਅਰਪਣ ਕਰਾਂ। ਸੋ ਉਸ ਵਕਤ ਸਤਿਗੁਰਾਂ ਨੇ ਉਹਨਾਂ ਸਿੱਖਾਂ ਦੀ ਭਾਵਨਾ ਪੂਰੀ ਕੀਤੀ। ਸੋ ਕਹਿਣ ਤੋਂ ਵਿਚਾਰ ਕੇ ਜਦ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਡਾਲ ਦੇ ਵਿੱਚ ਬੈਠਦੇ, ਭੇਟਾਵਾਂ ਦਾ ਢੇਰ ਲੱਗ ਜਾਂਦਾ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ ਸਤਿਗੁਰਾਂ ਦੇ ਅੱਗੇ ਬੇਅੰਤ ਸੰਗਤਾਂ ਲਿਆ ਕੇ ਅਰਪਣ ਕਰਦੀਆਂ। ਤੇ ਉਸ ਵਕਤ ਦੋਨਾਂ ਭਰਾਵਾਂ ਨੇ ਮਤਾ ਪਾਸ ਕੀਤਾ ਕਿ ਜੇ ਮੂੰਹੋਂ ਮੰਗ ਕੇ ਲਈ ਤੇ ਥੋੜੀ ਮਿਲੇਗੀ, ਤੇ ਜੇ ਆਪਾਂ ਸਤਿਗੁਰਾਂ ਦੇ ਨਾਲ ਇਹ ਰੱਖ ਲਈਏ ਕਿ ਇੱਕ ਦੀਵਾਨ ਦੀ ਕਾਰ ਭੇਟਾ ਮਹਾਰਾਜ ਸਾਨੂੰ ਦੇ ਦੇਵੋ, ਤੇ ਉਹ ਤਾਂ ਬੇਅੰਤ ਹੀ ਗੱਫੇ ਮਿਲ ਜਾਣੇ, ਵਿਆਹ ਵੀ ਹੋ ਜਾਣਾ, ਬਾਅਦ ਵਿੱਚ ਵੀ ਸਾਡੇ ਪਾਸ ਮਾਇਆ ਜਮ੍ਹਾਂ ਰਹਿਣੀ। ਕਿਹਾ ਮਹਾਰਾਜ ਜੀ ਕੱਲ ਨੂੰ ਦੀਵਾਨ ਦੀ ਜਿੰਨੀ ਸੰਗਤ ਵੱਲੋਂ ਕਾਰ ਭੇਟਾ ਹੋਈ, ਉਹ ਮਹਾਰਾਜ ਜੀ ਸਾਨੂੰ ਦੇ ਦੇਵੋ। ਉਸ ਵਕਤ ਗੁਰੂ ਮਹਾਰਾਜ ਜੀ ਫਰਮਾਉਣ ਲੱਗੇ, ਭਾਈ ਸਿੱਖੋ, ਕਿਤੇ ਸੰਗਤ ਵੱਧ ਹੋ ਜਾਂਦੀ, ਕਿਤੇ ਘੱਟ ਹੋ ਜਾਂਦੀ, ਤੇ ਇਹ ਠੇਕਾ ਕਰਨਾ ਗੁਰੂ ਦੇ ਨਾਲ ਸ਼ੋਭਦਾ ਨਹੀਂ। ਤੁਸੀਂ ਦੱਸੋ ਚਾਹੀਦੀ ਕਿਤਨੀ ਮਾਇਆ ਹੈ। ਉਸ ਵਕਤ ਕਹਿਣ ਲੱਗੇ, ਨਹੀਂ ਮਹਾਰਾਜ ਜੀ, ਸੋ ਜਿੰਨੀ ਕਾਰ ਭੇਟਾ ਹੋਵੇ ਸੰਗਤ ਵੱਲੋਂ ਦੀਵਾਨ ਦੀ, ਉਹ ਤੁਸੀਂ ਸਾਨੂੰ ਦੇ ਦੇਣੀ। ਮਹਾਰਾਜ ਕਹਿਣ ਲੱਗੇ, ਠੀਕ ਹੈ। ਉਸ ਵਕਤ ਅਗਲੇ ਦਿਨ ਦੀਵਾਨ ਆਰੰਭ ਹੋਇਆ, ਕੀਰਤਨ ਸ਼ੁਰੂ ਕਰ ਦਿੱਤਾ, ਪਰ ਕੁਦਰਤੀ ਸੰਜੋਗ ਐਸਾ ਬਣਿਆ ਕਿ ਸੰਗਤ ਬਹੁਤ ਘੱਟ ਹੋਈ ਤੇ ਮਾਇਆ ਵੀ ਬਹੁਤ ਘੱਟ ਬਣੀ। ਮਹਾਰਾਜ ਫਰਮਾਉਣ ਲੱਗੇ, ਸਾਰੀ ਮਾਇਆ ਇਕੱਠੀ ਕਰਕੇ ਇਹਨਾਂ ਦੋਨਾਂ ਸਿੱਖਾਂ ਨੂੰ ਦੇ ਦੇਵੋ। ਜਦ ਦੋਨਾਂ ਸਿੱਖਾਂ ਨੂੰ ਦਿੱਤੀ ਤੇ ਉਸ ਵਕਤ ਅੰਦਰੇ ਅੰਦਰ ਅੱਗ ਬਬੂਲਾ ਹੋ ਉੱਠੇ ਕਿ ਮਾਇਆ ਹੀ ਬਹੁਤ ਥੋੜੀ ਹੋਈ। ਬੜੇ ਨਿਰਾਸ਼ ਹਿਰਦੇ ਨਾਲ ਘਰ ਚਲੇ ਗਏ ਤੇ ਮਨ ਹੀ ਮਨ ਕਹਿਣ ਲੱਗੇ ਕਿ ਚੰਗਾ ਨਹੀਂ ਹੋਇਆ। ਫਿਰ ਦੋਨੇ ਭਰਾ ਆਪਸ ਵਿੱਚ ਕਹਿਣ ਲੱਗ ਪਏ ਕਿ ਇਹ ਤਾਂ ਸਤਿਗੁਰਾਂ ਨੇ ਸਾਡੇ ਨਾਲ ਛਲ ਕੀਤਾ ਹੈ। ਸੰਗਤ ਨੂੰ ਕਹਿ ਦਿੱਤਾ ਕਿ ਕੱਲ ਨੂੰ ਜਿੰਨੀ ਕਾਰ ਭੇਟਾ ਹੋਣੀ ਤੇ ਸੰਗਤ ਜੀ ਤੁਸੀਂ ਨਾ ਆਉਣਾ, ਇਹ ਤਾਂ ਕਾਰ ਭੇਟਾ ਭਾਈ ਸੱਤੇ ਬਲਵੰਡੇ ਨੂੰ ਦੇਣੀ। ਇਹ ਸਤਿਗੁਰਾਂ ਦੇ ਉੱਪਰ ਇਉਂ ਦੋਸ਼ ਆਰੋਪਣ ਲੱਗ ਪਏ। ਅਗਲੀ ਸਵੇਰ ਹੋਈ ਤੇ ਉਸ ਵਕਤ ਮਹਾਰਾਜ ਜੀ ਨੇ ਸਿੱਖ ਭੇਜੇ ਕਿ ਜਾਓ ਲੈ ਕੇ ਆਵੋ। ਉਹ ਕੀਰਤਨ ਕਰਨ ਵਾਸਤੇ ਨਹੀਂ ਆਏ। ਉਸ ਵਕਤ ਸਿੱਖ ਗਏ, ਸਿੱਖਾਂ ਨੂੰ ਬੁਰੇ ਭਲੇ ਸ਼ਬਦ ਕਹੇ। ਕਿਹਾ ਮਹਾਰਾਜ ਜੀ ਉਹਨਾਂ ਨੇ ਆਉਣਾ ਤਾਂ ਕੀ, ਉਹ ਤਾਂ ਬਹੁਤ ਬੁਰੇ ਸ਼ਬਦ ਬੋਲਦੇ ਹਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਆਪ ਚੱਲ ਕੇ ਗਏ। ਘਰ ਪਹੁੰਚੇ ਤੇ ਉਸ ਵਕਤ ਉੱਠ ਕੇ ਅੱਗੋਂ ਸਤਿਕਾਰ ਨਹੀਂ ਕੀਤਾ, ਕੋਈ ਮੱਥਾ ਨਹੀਂ ਟੇਕਿਆ। ਤੇ ਮਹਾਰਾਜ ਫਰਮਾਉਣ ਲੱਗੇ, ਕਿਉਂ ਤੁਸੀਂ ਨਿਰਾਸ਼ ਬੈਠੇ ਹੋ? ਉਠੋ ਤੇ ਚੱਲ ਕੇ ਕੀਰਤਨ ਕਰੋ। ਜਿਤਨੀ ਮਾਇਆ ਕਹੋਗੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚੋਂ ਉਨੇ ਹੀ ਗੱਫੇ ਮਿਲਣਗੇ। ਪਰ ਹੰਕਾਰ ਹਿਰਦੇ ਵਿੱਚ। ਤੇ ਉਸ ਵਕਤ ਕਹਿਣ ਲੱਗੇ, ਤੁਸੀਂ ਇਹ ਸਾਡੇ ਨਾਲ ਚੰਗਾ ਨਹੀਂ ਕੀਤਾ। ਸਤਿਗੁਰਾਂ ਨੂੰ ਇਹ ਦੋਨੇ ਕਹਿਣ ਲੱਗੇ, ਤੁਸੀਂ ਸਾਡੇ ਨਾਲ ਇਹ ਚੰਗਾ ਨਹੀਂ ਕੀਤਾ। ਕਹਿ ਕੇ ਸੰਗਤ ਨੂੰ ਰੋਕ ਦਿੱਤਾ। ਕਾਰ ਪਿੱਟਾ ਥੋੜੀ ਹੋਈ, ਇਸ ਥੋੜੀ ਮਾਇਆ ਦੇ ਨਾਲ ਕਿਸ ਤਰ੍ਹਾਂ ਅਸੀਂ ਆਪਣੀ ਭੈਣ ਦਾ ਵਿਆਹ ਰਚੀਏ? ਮਹਾਰਾਜ ਫਰਮਾਉਣ ਲੱਗੇ, ਕੀ ਹੋਇਆ ਜੇ ਮਾਇਆ ਥੋੜੀ ਹੋ ਗਈ? ਅਸੀਂ ਤਾਂ ਤੁਹਾਨੂੰ ਪਹਿਲੇ ਹੀ ਇਹ ਗੱਲ ਕਹੀ ਸੀ, ਕਿਤੇ ਸੰਗਤ ਜ਼ਿਆਦਾ ਹੋ ਜਾਂਦੀ, ਕਿਤੇ ਘੱਟ ਹੋ ਜਾਂਦੀ। ਤੁਸੀਂ ਦੱਸੋ ਕਿੰਨੀ ਮਾਇਆ ਚਾਹੀਦੀ ਹੈ? ਤੁਸੀਂ ਇਹੀ ਕਿਹਾ ਕਿ ਨਹੀਂ, ਇੱਕ ਦੀਵਾਨ ਦੀ ਜਿੰਨੀ ਕਾਰ ਪਿੱਟ ਹੋਈ ਸਾਨੂੰ ਦੇ ਦੇਣੀ। ਬੁਰੇ ਭਲੇ ਸਤਿਗੁਰਾਂ ਨੂੰ ਸ਼ਬਦ ਕਹੇ, ਮਹਾਰਾਜ ਸੁਣਦੇ ਰਹੇ। ਕੋਈ ਸਤਿਗੁਰਾਂ ਨੇ ਅੱਗੋਂ ਵਾਕ ਨਹੀਂ ਕਿਹਾ। ਫਿਰ ਸਤਿਗੁਰਾਂ ਨੂੰ ਛੱਡ ਕੇ ਜੋ ਪਿੱਛੇ ਸਤਿਗੁਰੂ ਹੋਏ, ਵੱਡੇ ਸਤਿਗੁਰਾਂ ਦੀ ਨਿੰਦਿਆ ਕਰਨ ਲੱਗ ਪਏ। ਕਹਿਣ ਲੱਗੇ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਕੋਈ ਜਾਣਦਾ ਨਹੀਂ ਸੀ। ਜਦ ਸਾਡੀ ਜਾਤ ਵਿੱਚੋਂ ਭਾਈ ਮਰਦਾਨੇ ਨੇ ਉਹਨਾਂ ਦੇ ਨਾਲ ਹੋ ਕੇ ਕੀਰਤਨ ਕੀਤਾ ਤਾਂ ਲੋਕਾਂ ਵਿੱਚ ਪ੍ਰਸਿੱਧੀ ਹੋਈ। ਉਹਨਾਂ ਤੋਂ ਬਾਅਦ ਭਾਈ ਦਾਨੇ ਨੇ ਸਾਡੀ ਜਾਤ ਵਿੱਚੋਂ ਤਾਂ ਵੱਡੇ ਸਤਿਗੁਰਾਂ ਦੇ ਨਾਲ ਰਹਿ ਕੇ ਕੀਰਤਨ ਕੀਤਾ ਤਾਂ ਸੰਗਤਾਂ ਵਿੱਚ ਗੁਰੂ ਪ੍ਰਸਿੱਧ ਹੋਏ। ਹੁਣ ਅਸੀਂ ਤੁਹਾਡੇ ਕੋਲੇ ਰਹਿ ਕੇ ਕੀਰਤਨ ਕਰਦੇ ਹਾਂ ਤਾਂ ਤੁਸੀਂ ਪ੍ਰਸਿੱਧ ਹੋਏ ਹੋ। ਅਸੀਂ ਜਿਸ ਕੋਲ ਬੈਠ ਕੇ ਕੀਰਤਨ ਕੀਤਾ ਉਸ ਨੂੰ ਹੀ ਗੁਰੂ ਬਣਾ ਦੇਣਾ। ਅਸੀਂ ਇੱਕ ਸ਼ਬਦ ਬੋਲਦੇ ਹਾਂ ਜਿਹੜਾ ਕੇਵਲ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਹੀ ਅਸੀਂ ਬੋਲਦੇ ਹਾਂ। ਉਹ ਕਿਹੜਾ? ਸ਼ਾਂਤੀ ਦੇ ਪੁੰਜ ਤੇ ਖਿਮਾ ਦੀ ਅਵਧੀ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ਼ਾਂਤੀ ਦੇ ਪੁੰਜ, ਖਿਮਾ ਦੀ ਅਵਧੀ। ਸ਼ਾਂਤੀ ਦੇ ਪੁੰਜ ਇਹੋ ਜਿਹਾ ਹੈ ਕਿ ਤੱਤੀ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠੇ ਹੋਣ ਤੇ ਮੁਖੋਂ ਕਹਿ ਰਹੇ ਹੋਣ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਤੇ ਖਿਮਾ ਦੀ ਅਵਧੀ ਇਹੋ, ਖਿਮਾ ਦੀ ਅਵਧੀ ਦੇਖ ਲਵੋ। ਜਿਹੜਾ ਚੰਦੂ ਗਰਮੀ ਦੇ ਮੌਸਮ ਵਿੱਚ ਤੱਤੀ ਰੇਤਾ ਸੀਸ ਵਿੱਚ ਪਾ ਰਿਹਾ ਹੈ, ਥੱਲੇ ਤੱਤੀ ਤਵੀ ਹੈ, ਉਬਲਦੀ ਦੇਗ ਵਿੱਚ ਬੈਠਾਇਆ ਹੋਇਆ ਸਤਿਗੁਰਾਂ ਨੂੰ, ਉਸ ਚੰਦੂ ਨੂੰ ਵੀ ਸਤਿਗੁਰਾਂ ਨੇ ਕੋਈ ਮਾੜਾ ਵਾਕ ਨਹੀਂ ਕਿਹਾ। ਤੇ ਜਦ ਉਹ ਸ਼ਾਂਤੀ ਦੇ ਪੁੰਜ, ਖਿਮਾ ਦੀ ਅਵਧੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਭਾਈ ਸੱਤਾ ਬਲਵੰਡਾ ਬੁਰੇ ਲਫ਼ਜ਼ ਬੋਲਦੇ ਰਹੇ, ਮਹਾਰਾਜ ਅੱਗੋਂ ਚੁੱਪ ਕਰਕੇ ਸੁਣਦੇ ਰਹੇ। ਪਰ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਸਤਿਗੁਰੂ ਅੰਗਦ ਦੇਵ ਸਾਹਿਬ ਜੀ, ਸਤਿਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਅਦਬ ਵਿੱਚ, ਉਹਨਾਂ ਦੇ ਅਦਬ ਵਿੱਚ ਫਰਕ ਪਾਉਂਦਿਆਂ ਹੋਇਆਂ ਬੇਅਦਬੀ ਭਰੇ ਵਾਕ ਕਹੇ, ਤੇ ਫਿਰ ਜਿਸ ਸਤਿਗੁਰਾਂ ਨੂੰ ਅਸੀਂ ਸ਼ਾਂਤੀ ਦੇ ਪੁੰਜ ਕਹਿੰਦੇ ਹਾਂ, ਖਿਮਾ ਦੀ ਅਵਧੀ ਕਹਿੰਦੇ ਹਾਂ, ਉਹ ਸਤਿਗੁਰੂ ਵੀ ਵੀਰ ਰਸ ਦੇ ਨਾਲ ਭਰ ਗਏ। ਔਰ ਸਤਿਗੁਰਾਂ ਨੇ ਉੱਥੇ ਬੜੇ ਵੀਰ ਰਸ ਵਿੱਚ ਇਹ ਆ ਕੇ ਬਚਨ ਕਹੇ, ਜਿਸ ਜ਼ਬਾਨ ਤੋਂ ਤੁਸੀਂ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ, ਇਹ ਜ਼ਬਾਨ ਤੁਹਾਡੀ ਫੁੱਟ ਜਾਵੇ, ਤੁਹਾਡੀ ਦੇਹ ਪੱਕ ਜਾਵੇ। ਤੇ ਮਹਾਰਾਜ ਨੇ ਕੁਝ ਉੱਚੀ ਆਵਾਜ਼ ਵਿੱਚ ਕਿਹਾ, ਕੋਈ ਸਿੱਖ ਇਹਨਾਂ ਦੀ ਆ ਕੇ ਸਾਡੇ ਪਾਸ ਸਿਫਾਰਿਸ਼ ਨਾ ਕਰੇ। ਜਿਹੜਾ ਸਿਫਾਰਿਸ਼ ਕਰੇਗਾ ਉਹਦਾ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਅੰਮ੍ਰਿਤਸਰ ਦੀ ਗਲੀ ਗਲੀ ਵਿੱਚ ਫੇਰਿਆ ਜਾਵੇਗਾ। ਤੇ ਇਹ ਗੁਰੂ ਘਰ ਤੋਂ ਖਾਰਜ ਹਨ। ਇਉਂ ਕਹਿ ਕੇ ਮਹਾਰਾਜ ਉਸ ਵਕਤ ਆਪਣੇ ਦੀਵਾਨ ਵਿੱਚ ਆਏ। ਉਸ ਵਕਤ ਕਿਹਾ ਕਿ ਹੁਣ ਇਹਨਾਂ ਦੇ, ਸਾਡੀ ਸੰਗਤ ਇਹਨਾਂ ਦੇ ਮਹਤਾਜ ਨਹੀਂ ਹੋਵੇਗੀ। ਅਸੀਂ ਇਹ ਰਾਗ ਵਿਦਿਆ ਆਪਣੇ ਸਿੱਖਾਂ ਨੂੰ ਬਖਸ਼ਦੇ ਹਾਂ। ਉਸ ਵਕਤ ਸਤਿਗੁਰਾਂ ਨੇ ਕਿਹਾ, ਜਿਨ੍ਹਾਂ ਸਿੱਖਾਂ ਨੂੰ ਕਿਹਾ ਉਹਨਾਂ ਸਿੱਖਾਂ ਨੇ ਸਾਜ਼ ਲਏ। ਪਹਿਲੇ ਕਦੇ ਸਾਜ਼ ਨਹੀਂ ਸੀ ਵਜਾਏ, ਪਰ ਜਦੋਂ ਸਾਜ਼ ਖੋਲ ਕੇ ਉਹਨਾਂ ਦੀ ਤੰਦੀ ਨੂੰ ਛੇੜਿਆ ਤੇ ਨਾਲ ਹੀ ਰਾਗ ਵਿਦਿਆ ਸੰਪੂਰਨ ਹੋ ਗਈ। ਫਿਰ ਸਤਿਗੁਰਾਂ ਨੇ ਆਪ ਕੀਰਤਨ ਕੀਤਾ। ਇੱਕ ਸਾਨੂੰ ਇੱਥੋਂ ਇਹ ਬੜੀ ਵੱਡੀ ਸਿੱਖਿਆ ਮਿਲਦੀ ਹੈ ਕਿ ਜਿਸ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੋਂ ਵੱਧ ਹੋਰ ਕਿਸੇ ਵਿੱਚ ਸ਼ਾਂਤੀ ਨਹੀਂ ਹੋ ਸਕਦੀ। ਜਿਹੜੇ ਸਤਿਗੁਰੂ ਮਹਾਰਾਜ ਜੀ ਤੋਂ ਵੱਧ ਹੋਰ ਕੋਈ ਜਗ ਦੇ ਵਿੱਚ ਖਿਮਾਧਾਰੀ ਨਹੀਂ ਹੋ ਸਕਦਾ। ਜਦ ਉਸ ਸਤਿਗੁਰਾਂ ਦੇ ਪਾਸ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਨਿੰਦਿਆ ਕੀਤੀ ਭਾਈ ਸੱਤੇ ਬਲਵੰਡੇ ਨੇ,
ਰੱਖ ਕੇ, ਖਿਮਾ ਨੂੰ ਇੱਕ ਪਾਸੇ ਰੱਖ ਕੇ ਵੀਰ ਰਸ ਵਿੱਚ ਆਏ। ਤੇ ਵੀਰ ਰਸ ਵਿੱਚ ਸਤਿਗੁਰਾਂ ਨੇ ਇਹ ਬਚਨ ਕਹੇ ਕਿ ਜਿਸ ਜ਼ਬਾਨ ਤੋਂ ਨਿੰਦਿਆ ਕੀਤੀ ਉਹ ਜ਼ਬਾਨ ਤੁਹਾਡੀ ਫੁੱਟ ਜਾਵੇ, ਤੁਹਾਡੀ ਦੇਹ ਪੱਕ ਜਾਵੇ। ਜਿਹੜਾ ਸਿੱਖ ਤੁਹਾਡੀ ਸਿਫਾਰਿਸ਼ ਕਰੇਗਾ ਉਸ ਸਿੱਖ ਨੂੰ ਗਧੇ ਤੇ ਚੜਾ ਕੇ ਮੂੰਹ ਕਾਲਾ ਕਰਕੇ ਅਸੀਂ ਗਲੀ ਗਲੀ ਵਿੱਚ ਫੇਰਾਂਗੇ। ਤੇ ਗੁਰੂ ਕੀ ਸੰਗਤ, ਜੇ ਸਾਡੇ ਸਤਿਗੁਰਾਂ ਦੀ ਬੇਅਦਬੀ ਹੁੰਦੀ ਹੈ ਕਿਤੇ, ਤੇ ਜੇ ਤੁਹਾਨੂੰ ਉਸ ਬੇਅਦਬੀ ਦੇ ਵਕਤ ਵੀ ਇਹ ਗੱਲ ਕੋਈ ਕਹਿੰਦਾ ਹੈ ਕਿ ਸ਼ਾਂਤੀ ਰੱਖੋ, ਖਿਮਾ ਰੱਖੋ, ਸਮਝ ਲਵੋ ਕਿ ਇਸ ਸਿੱਖ ਦੇ ਵਿੱਚ ਫਰਕ ਹੈ, ਕਿਉਂਕਿ ਇਹ ਸਾਨੂੰ ਸਾਡੇ ਵਿਰਸੇ ਵਿੱਚੋਂ ਮਿਲਿਆ ਨਹੀਂ। ਗੁਰ ਕੀ ਨਿੰਦਾ ਸੁਣੈ ਨਾ ਕਾਨ, ਗੁਰੂ ਦੀ ਨਿੰਦਿਆ ਸਤਿਗੁਰਾਂ ਨੇ ਕਿਹਾ ਕਿ ਆਪਣੇ ਕੰਨਾਂ ਵਿੱਚ ਸਿੱਖ ਨੇ ਸੁਣਨੀ ਨਹੀਂ। ਸੋ ਇਹਨਾਂ ਦੀ ਦੇਹ ਫਿੱਟ ਗਈ, ਦੇਹ ਪੱਕ ਗਈ, ਦੇਹ ਦੇ ਜੋੜਾਂ ਦੇ ਵਿੱਚੋਂ ਪੀਕ ਨਿਕਲਣ ਲੱਗ ਪਈ। ਜ਼ੁਬਾਨ ਤੋਂ ਬੋਲਦੇ ਨੇ, ਸਹੀ ਸ਼ਬਦ ਨਹੀਂ ਨਿਕਲਦਾ। ਜਦੋਂ ਤੁਰਦੇ ਨੇ ਗਲੀ ਵਿੱਚ, ਸਿੱਖ ਪਾਸੇ ਹੋ ਜਾਂਦੇ ਨੇ ਕਿ ਇਹ ਗੁਰੂ ਨਿੰਦਕ ਆ ਰਹੇ ਨੇ। ਕੋਈ ਮੂੰਹ ਨਹੀਂ ਲਾ ਰਿਹਾ। ਘਰ ਦੇ ਵਿੱਚ ਗਰੀਬੀ ਆ ਗਈ, ਬਿਮਾਰੀ ਆ ਗਈ, ਬੁਰਾ ਹਾਲ ਹੋ ਗਿਆ। ਸਿੱਖਾਂ ਅੱਗੇ ਬੇਨਤੀਆਂ ਕਰਦੇ ਕਿ ਸਾਨੂੰ ਬਖਸ਼ਾ ਦਿਓ। ਸਭ ਮੂੰਹ ਪਾਸੇ ਕਰ ਲੈਂਦੇ ਕਿ ਇਹ ਗੁਰੂ ਫਿਟਕੇ ਹੋਏ ਨੇ, ਹੁਣ ਅਸੀਂ ਕਿਵੇਂ ਬਖਸ਼ਾਈਏ। ਫਿਰ ਇੱਕ ਬਜ਼ੁਰਗ ਸਿੱਖ ਮਿਲਿਆ, ਉਸ ਨੇ ਕਿਹਾ ਕਿ ਲਾਹੌਰ ਸ਼ਹਿਰ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ, ਭਾਈ ਲੱਦਾ, ਤੇ ਉਹ ਪਰਉਪਕਾਰੀ ਭਾਈ ਲੱਦਾ ਜੀ ਤੁਹਾਨੂੰ ਬਖਸ਼ਾ ਸਕਦੇ ਹਨ। ਤੁਸੀਂ ਉਹਨਾਂ ਕੋਲੇ ਚੱਲੋ, ਜਾਵੋ। ਅੰਮ੍ਰਿਤਸਰ ਪੁਰੀ ਤੋਂ ਉਸ ਵਕਤ ਗੁਰੂ ਕੀ ਸੰਗਤ ਦੋਨੇ ਭਾਈ ਲਾਹੌਰ ਸ਼ਹਿਰ ਵਿੱਚ ਜਾਂਦੇ ਹਨ। ਲਾਹੌਰ ਸ਼ਹਿਰ ਵਿੱਚ ਜਦ ਪਹੁੰਚਦੇ ਨੇ ਤੇ ਉਸ ਵਕਤ ਪਤਾ ਲੱਗਦਾ ਸਿੱਖਾਂ ਨੂੰ ਕਿ ਭਾਈ ਭਾਈ ਬਲਵੰਡਾ ਆ ਰਹੇ ਨੇ। ਸਿੱਖ ਦਰਵਾਜ਼ੇ ਬੰਦ ਕਰ ਲੈਂਦੇ ਕਿ ਇਹ ਗੁਰੂ ਨਿੰਦਕ ਹਨ ਤੇ ਸਤਿਗੁਰਾਂ ਦਾ ਹੁਕਮ ਹੈ ਇਹਨਾਂ ਦੇ ਮੱਥੇ ਨਹੀਂ ਲੱਗਣਾ। ਤੇ ਉਸ ਵਕਤ ਜਦੋਂ ਜਾ ਕੇ ਭਾਈ ਲੱਦੇ ਦੇ ਘਰ ਅੱਗੇ ਦਰਵਾਜ਼ਾ ਖੜਕਾਉਂਦੇ ਤੇ ਅੱਗੋਂ ਆਵਾਜ਼ ਆਉਂਦੀ ਕਿ ਕੌਣ ਹੋ ਤੁਸੀਂ, ਤੇ ਕਹਿੰਦੇ ਅਸੀਂ ਭਾਈ ਸੱਤਾ, ਭਾਈ ਬਲਵੰਡਾ। ਤੇ ਭਾਈ ਲੱਦਾ ਵੀ ਅੱਗੋਂ ਦਰਵਾਜ਼ਾ ਨਹੀਂ ਖੋਲ੍ਹਦਾ। ਤੇ ਉਸ ਵਕਤ ਇਤਿਹਾਸ ਵਿੱਚ ਆਉਂਦਾ ਕਿ ਇਹ ਦੋਨੇ ਭਾਈ ਕਹਿੰਦੇ ਕਿ ਤੁਹਾਡੇ ਨਾਮ ਨਾਲ ਸਿੱਖ ਪਰਉਪਕਾਰੀ ਸ਼ਬਦ ਲਾਉਂਦੇ ਹਨ, ਅਸੀਂ ਬਖਸ਼ਾਉਣ ਵਾਸਤੇ ਆਏ ਹਾਂ। ਤੇ ਗੁਰੂ ਦਾ ਇਹ ਸਤਿਗੁਰਾਂ ਦੇ ਬਚਨ ਨੇ, ਕੋਈ ਨਿੰਦਕ ਹੋਵੇ ਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਔਗਣ ਬਖਸ਼ ਲਏ। ਤੇ ਕੋਈ ਨਿੰਦਕ ਹੋਵੇ ਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਉਹ ਦੁਬਾਰਾ ਫਿਰ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਂਦਾ ਤੇ ਪਿਛਲੇ ਔਗਣ ਸਤਿਗੁਰੂ ਮਹਾਰਾਜ ਜੀ ਉਸ ਦੇ ਮਾਫ ਕਰ ਦਿੰਦੇ, ਅੱਗੇ ਤੋਂ ਸਤ ਸੰਗਤ ਨਾਲ ਰਲਾ ਦਿੰਦੇ। ਅਸੀਂ ਪਰਉਪਕਾਰੀ ਜਾਣ ਕੇ ਆਏ ਹਾਂ, ਸਾਡੇ ਤੇ ਕਿਰਪਾ ਕਰੋ। ਉਸ ਵਕਤ ਭਾਈ ਲੱਦਾ ਜੀ ਸੋਚਣ ਲੱਗ ਪਏ ਕਿ ਸੰਗਤਾਂ ਨੇ ਇੰਨਾ ਮਾਣ ਸਨਮਾਨ ਮੈਨੂੰ ਦਿੱਤਾ ਕਿ ਮੈਨੂੰ ਨਚੀਜ ਨੂੰ ਪਰਉਪਕਾਰੀ ਕਹਿ ਕੇ ਬੁਲਾਉਂਦੇ ਨੇ, ਤੇ ਇਹ ਵੀ ਆਸ ਤੱਕ ਕੇ ਆਏ ਨੇ ਮੇਰੇ ਕੋਲ, ਨਿਰਾਸ਼ ਨਹੀਂ ਮੋੜਨੇ ਚਾਹੀਦੇ। ਫਿਰ ਉਸ ਵਕਤ ਸੋਚਣ ਲੱਗੇ ਕਿ ਸਤਿਗੁਰਾਂ ਦੇ ਵਾਕ ਕੀ ਹੋਏ ਇਹਨਾਂ ਨੂੰ। ਉਸ ਵਕਤ ਸੋਚਿਆ ਕਿ ਵਾਕ ਤਾਂ ਇਹ ਹੋਏ ਨੇ ਸਤਿਗੁਰਾਂ ਦੇ ਕਿ ਜਿਹੜਾ ਸਿੱਖ ਇਹਨਾਂ ਦੀ ਆ ਕੇ ਸਿਫਾਰਿਸ਼ ਕਰੇਗਾ ਤਾਂ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਤੇ ਗਲੀ ਗਲੀ ਵਿੱਚ ਉਸ ਨੂੰ ਫੇਰਿਆ ਜਾਵੇਗਾ। ਸੋਚਣ ਲੱਗੇ ਕਿ ਇਹ ਸਤਿਗੁਰਾਂ ਨੇ ਵਾਕ ਕਹੇ ਨੇ, ਤੇ ਇਹ ਤਾਂ ਰਸਤਾ ਤਾਂ ਇਹਦੇ ਵਿੱਚੋਂ ਹੀ ਮਿਲ ਗਿਆ ਇਹਨਾਂ ਨੂੰ ਬਖਸ਼ਾਉਣ ਦਾ। ਮੈਂ ਪਹਿਲੇ ਸਤਿਗੁਰਾਂ ਦੇ ਬਚਨ ਪੂਰੇ ਕਰਕੇ ਬਾਅਦ ਵਿੱਚ ਇਹਨਾਂ ਦੀ ਸਿਫਾਰਿਸ਼ ਕਰਾਂਗਾ। ਉਸ ਵਕਤ ਦਰਵਾਜ਼ਾ ਖੋਲ੍ਹ ਦਿੱਤਾ, ਕਿਹਾ ਆ ਜਾਵੋ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜ਼ਰੂਰ ਭਲਾ ਕਰਨਗੇ, ਤੁਸੀਂ ਚਿੰਤਾ ਨਾ ਕਰੋ। ਕਹਿਣ ਤੋਂ ਮਤਲਬ ਕਿ ਜਿਹੜੇ ਪਰਉਪਕਾਰੀ ਉਹ ਸਾਧੂ ਪਰਉਪਕਾਰੀ ਹੁੰਦੇ, ਤੇ ਐਸਾ ਕੋਈ ਜ਼ਿੰਦਗੀ ਦਾ ਮਸਲਾ ਨਹੀਂ ਜਿਹੜਾ ਉਹਨਾਂ ਸਾਧੂਆਂ ਦੀ ਸੰਗਤ ਵਿੱਚੋਂ ਨਾ ਹੱਲ ਹੋ ਸਕੇ। ਪਰ ਮਸਲਾ ਇਹ ਹੈ ਕਿ ਕੋਈ ਰੱਬ ਦਾ ਪਿਆਰਾ ਪੂਰਾ ਸਾਧੂ ਮਿਲ ਜਾਵੇ ਸਾਨੂੰ, ਜੋ ਕਿ ਮਿਲਦਾ ਨਹੀਂ। ਜੇ ਕੋਈ ਪੂਰਾ ਸਾਧੂ ਮਿਲ ਜਾਵੇ, ਜ਼ਿੰਦਗੀ ਦਾ ਐਸਾ ਕੋਈ ਮਸਲਾ ਨਹੀਂ ਜਿਹੜਾ ਉਹਨਾਂ ਦੀ ਸੰਗਤ ਵਿੱਚੋਂ ਹੱਲ ਨਾ ਹੋ ਸਕੇ। ਐਸੇ ਫਟਕਾਰੇ ਗਏ ਜਿਨ੍ਹਾਂ ਨੂੰ ਕੋਈ ਮੂੰਹ ਨਹੀਂ ਸੀ ਲਾ ਰਿਹਾ, ਉਹ ਪਹੁੰਚੇ ਇਸ ਸਿੱਖ ਦੇ ਕੋਲੇ
ਤੇ ਇਸ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਧੀਰਜ ਦਿੱਤੀ, ਆਸਮਾਨ ਅੰਦਰ ਬੱਧੀ ਕਿ ਮੈਨੂੰ ਨਿਸ਼ਚਾ ਹੈ ਮੇਰੇ ਸਤਿਗੁਰਾਂ ਦੇ ਉੱਪਰ ਕਿ ਜ਼ਰੂਰ ਬਖਸ਼ਣਗੇ। ਉਸ ਵਕਤ ਮਨ ਨੂੰ ਠੰਡ ਪੈ ਗਈ, ਚਰਨੀ ਟਹਿ ਪਏ। ਉਸ ਵਕਤ ਨਾਲ ਲੈ ਕੇ ਦੋਨਾਂ ਭਾਈਆਂ ਨੂੰ ਪਰਉਪਕਾਰੀ ਭਾਈ ਲੱਧਾ ਜੀ ਅੰਮ੍ਰਿਤਸਰ ਪੁਰੀ ਵਿੱਚ ਪਹੁੰਚੇ ਤੇ ਅੰਮ੍ਰਿਤਸਰ ਪੁਰੀ ਵਿੱਚ ਐਂਟਰ ਹੋਣ ਤੋਂ ਪਹਿਲਾਂ ਉਸ ਪਰਉਪਕਾਰੀ ਗੁਰੂ ਪਿਆਰੇ ਭਾਈ ਲੱਧਾ ਜੀ ਨੇ ਆਪਣੇ ਮੂੰਹ ਤੇ ਕਾਲ ਖਿਲਾਈ, ਗਦੀ ਉੱਪਰ ਬੈਠ ਗਏ, ਨਾਲ ਤਮਾਸ਼ਬੀਨ ਲੈ ਲਏ। ਅੰਮ੍ਰਿਤਸਰ ਦੀ ਗਲੀ ਗਲੀ ਦੇ ਵਿੱਚ ਪਹਿਲਾਂ ਫਿਰੇ ਆਪ ਤੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮੰਜੀ ਸਾਹਿਬ ਵਾਲੇ ਅਸਥਾਨ ਉੱਪਰ ਦੀਵਾਨ ਲੱਗਾ ਹੋਇਆ, ਉੱਥੇ ਬੈਠੇ ਹੋਏ ਸੀ। ਤੇ ਜਿਸ ਵਕਤ ਸਤਿਗੁਰਾਂ ਦੀ ਤਰਫ ਵਧੇ ਤੇ ਢੋਲ ਵੱਜ ਰਿਹਾ ਸੀ, ਬਾਲ ਕੇ ਬਹੁਤ ਇਕੱਠੇ ਸਨ, ਲੋਕ ਦੇਖ ਰਹੇ ਸੀ, ਰੌਲਾ ਪੈ ਰਿਹਾ ਸੀ। ਮਹਾਰਾਜ ਉਸ ਵਕਤ ਪੁੱਛਣ ਲੱਗੇ, ਇਤਨਾ ਰੌਲਾ ਕਿਉਂ ਪੈ ਰਿਹਾ ਹੈ? ਉਸ ਸਮੇਂ ਕਿਹਾ, ਜੀ ਪਰਉਪਕਾਰੀ ਭਾਈ ਲੱਧਾ ਜੀ ਭਾਈ ਸੱਤੇ ਭਾਈ ਬਲਵੰਡੀ ਨੂੰ ਬਖਸ਼ਾਉਣ ਵਾਸਤੇ ਆਪਣੇ ਨਾਲ ਲੈ ਕੇ ਆ ਰਹੇ। ਉਸ ਵਕਤ ਸਤਿਗੁਰੂ ਮਹਾਰਾਜ ਜੀ ਵੀ ਆਪਣੇ ਸਿੰਘਾਸਨ ਤੋਂ ਉੱਠੇ ਤੇ ਉਤਨੀ ਦੇਰ ਨੂੰ ਭਾਈ ਲੱਧਾ ਜੀ ਅੱਗੇ ਸਾਹਮਣੇ ਹੋਏ। ਕਿਵੇਂ ਹੋਏ? ਗਧੇ ਉੱਪਰ ਚੜੇ ਹੋਏ ਤੇ ਮੂੰਹ ਤੇ ਕਾਲਖ ਲੱਗੀ ਹੋਈ। ਉਤਰਦਿਆਂ ਸਾਰ ਸਤਿਗੁਰਾਂ ਦੇ ਚਰਣੀ ਟਹਿ ਪਏ ਔਰ ਨੇਤਰਾਂ ਦੇ ਵਿੱਚੋਂ ਹੰਝੂ ਵਹਾ ਕੇ ਚਰਨ ਧੋ ਦਿੱਤੇ। ਸਤਿਗੁਰਾਂ ਨੇ ਬਾਹਾਂ ਤੋਂ ਪਕੜ ਕੇ ਪਰਉਪਕਾਰੀ ਭਾਈ ਲੱਧੇ ਨੂੰ ਆਪਣੀ ਛਾਤੀ ਨਾਲ ਲਾ ਲਿਆ ਔਰ ਇਤਿਹਾਸ ਵਿੱਚ ਬਚਨ ਆਉਂਦੇ ਨੇ, ਮਹਾਰਾਜ ਫਰਮਾਉਣ ਲੱਗੇ, ਪਰਉਪਕਾਰੀ ਭਾਈ ਲੱਧਾ ਜੀ, ਆਹ ਸਾਰਾ ਕੁਝ ਤੁਸੀਂ ਨਾ ਵੀ ਕਰਦੇ, ਤੁਸੀਂ ਸਿੱਧਾ ਹੀ ਸਾਨੂੰ ਆ ਕੇ ਕਹਿ ਦਿੰਦੇ, ਤੁਹਾਡੇ ਆਖੇ ਨੂੰ ਮੰਨ ਕੇ ਅਸੀਂ ਬਖਸ਼ ਦੇਣਾ ਸੀ ਇਹਨਾਂ ਨੂੰ। ਉਸ ਵਕਤ ਕਿਹਾ, ਇਹਨਾਂ ਨੇ ਨਿੰਦਿਆ ਕੀਤੀ, ਬਖਸ਼ਣੇ ਯੋਗ ਤਾਂ ਨਹੀਂ, ਪਰ ਜਿਸ ਮੂੰਹ ਦੇ ਨਾਲ ਨਿੰਦਿਆ ਕੀਤੀ ਹੈ ਉਸੇ ਮੂੰਹ ਦੇ ਨਾਲ ਸਿਫਤ ਕਰਨ ਤੇ ਸਭ ਕੁਝ ਹੀ ਠੀਕ ਹੋ ਜਾਵੇਗਾ। ਗੁਰੂ ਘਰ ਤਾਂ ਸਦਾ ਹੀ ਬਖਸ਼ਿੰਦ ਹੈ। ਪਹਿਲਾਂ ਬਾਹਰ ਇਸ਼ਨਾਨ ਕੀਤਾ, ਫਿਰ ਦੁੱਖ ਭੰਜਨੀ ਬੇਰੀ ਹੇਠਾਂ ਇਸ਼ਨਾਨ ਕਰਕੇ ਜਦ ਸਤਿਗੁਰਾਂ ਦੇ ਕੋਲ ਸੰਗਤ ਦੇ ਵਿੱਚ ਪਹੁੰਚੇ, ਸਿਫਤ ਕਰਨ ਲੱਗੇ, ਕੋਈ ਸ਼ਬਦ ਹੀ ਨਹੀਂ ਔੜ ਰਿਹਾ, ਕੋਈ ਸ਼ਬਦ ਹੀ ਨਹੀਂ ਆ ਰਿਹਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਲਮ ਲੈ ਕੇ ਜ਼ੁਬਾਨ ਤੇ ਕਲਮ ਲਾਈ। ਜਦ ਜ਼ੁਬਾਨ ਤੇ ਕਲਮ ਲਾਈ ਤੇ ਉਸ ਵਕਤ ਭਾਈ ਸੱਤੇ ਭਾਈ ਬਲਵੰਡੇ ਨੇ ਜੋ ਸਿਫਤ ਗਾਇਨ ਕੀਤੀ, ਉਹ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ। ਰਾਏ ਭਾਈ ਸੱਤੇ ਭਾਈ ਬਲਵੰਡੇ ਦੀ ਵਾਰ 7 ਸ਼ਲੋਕ ਉਹ ਗੁਰਬਾਣੀ ਵਿੱਚ ਦਰਜ ਤੇ ਉਸ ਬਾਣੀ ਦੀ 7 ਸ਼ਬਦ ਨੇ। ਉਸ ਬਾਣੀ ਦੀ ਤਸੀਰ ਜਿਵੇਂ ਉਦੋਂ ਸਿਫਤ ਕਰਨ ਤੇ ਭਾਈ ਸੱਤੇ ਤੇ ਭਾਈ ਬਲਵੰਡੇ ਦੀ ਬਿਮਾਰੀ ਠੀਕ ਹੋਈ, ਕੋੜ੍ਹ ਦਾ ਰੋਗ ਉਸੇ ਸਮੇਂ ਦੂਰ ਹੋਇਆ, ਸਭ ਘਰ ਵਿੱਚ ਧਨ ਸੰਪਤੀ ਫਿਰ ਪਹਿਲਾਂ ਦੀ ਤਰ੍ਹਾਂ ਹੋ ਗਈ। ਅੱਜ ਵੀ ਉਸ ਬਾਣੀ ਨੂੰ ਜਿਹੜਾ ਸਿੱਖ ਪਿਆਰ ਦੇ ਨਾਲ ਪੜ੍ਹਦਾ ਹੈ, ਉਹਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ, ਉਹਦੇ ਘਰ 'ਚ ਧਨ ਸੰਪਤੀ ਵੀ ਹੁੰਦੀ। ਇਹ ਗੁਰੂ ਕੀ ਸੰਗਤ ਕੋਈ ਅਜਮਾ ਕੇ ਦੇਖ ਲਵੇ। ਜੋ ਭਾਈ ਸੱਤੇ ਭਾਈ ਬਲਵੰਡੇ ਨੇ ਬਾਣੀ ਉਚਾਰਨ ਕੀਤੀ, ਪਿਆਰ ਦੇ ਨਾਲ ਕੋਈ ਉਸ ਬਾਣੀ ਨੂੰ ਪੜ੍ਹੇ, ਅੱਜ ਵੀ ਉਹ ਬਿਮਾਰੀਆਂ ਠੀਕ ਹੁੰਦੀਆਂ ਸਰੀਰ ਦੀਆਂ ਤੇ ਘਰ ਦੇ ਵਿੱਚ ਧਨ ਸੰਪਤੀ ਆਉਂਦੀ। ਸੋ ਐਸੇ ਗੁਰੂ ਕੇ ਪਿਆਰੇ ਸਿੱਖ ਤੇ ਸਾਧੂ ਸੰਤ ਜਨ ਹੋਇਆ ਕਰਦੇ ਨੇ। ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਗੁਰੂ ਕੀ ਸੰਗਤ ਦੇ ਸਮਾਗਮ ਚੱਲ ਰਹੇ ਹਨ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਐਸੇ ਜੋ ਤੱਤ ਬੇਤੇ ਨੇ, ਜਿਨ੍ਹਾਂ ਉੱਪਰ ਸਤਿਗੁਰਾਂ ਦਾ ਆਪਣਾ ਮਿਹਰ ਭਰਿਆ ਹੱਥ ਹੈ, ਉਹਨਾਂ ਪੂਰਨ ਸਾਧੂ ਸੰਤ ਜਨਾਂ ਗੁਰਸਿੱਖਾਂ ਦੀ ਸੰਗਤ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਵੀ ਬਖਸ਼ਣਾ ਕਰਨ, ਜਿਸ ਕਰਕੇ ਸਾਡਾ ਵੀ ਭਲਾ ਹੋ ਜਾਵੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਦੀ ਗੁਰੂ ਮਹਾਰਾਜ ਜੀ ਅਤੇ ਸੰਗਤ ਨੇ ਕਿਰਪਾ ਧਾਰ ਕੇ ਖਿਮਾ ਮਾਫੀ ਬਖਸ਼ਣੀ। ਆਪ ਸਭ ਫਤਿਹ ਬੁਲਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ,
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕੋਟੜੀ ਵਾਲੇ ਜੋ ਕਥਾ ਕਰ ਰਹੇ ਸਨ, ਇਹ ਖੁਦ ਆਪ ਵਿਦਿਆਰਥੀ ਵੀ ਹਨ। ਮੈਨੂੰ ਹੁਣੇ ਪਤਾ ਲੱਗਾ ਇਹਨਾਂ ਦੀ ਡਿਊਟੀ ਇਸੇ ਹੀ ਪਿੰਡ ਵਿੱਚ ਔਰ ਬਲਾਚੌਰ ਦੇ ਏਰੀਏ ਵਿੱਚ ਡਿਊਟੀ ਲਾਈ ਹੋਈ ਹੈ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਹੁਣਾਂ ਨੇ ਟਕਸਾਲ ਤੋਂ। ਤੁਸੀਂ ਬਲਾਚੌਰ ਦੇ ਏਰੀਏ ਵਿੱਚ ਜਾਓ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਬੱਚਿਆਂ ਨੂੰ ਕੀਰਤਨ ਸਿਖਾਓ, ਗੁਰਬਾਣੀ ਸਿਖਾਓ, ਲੈਕਚਰ ਸਿਖਾਓ। ਨਾਲ ਹੀ ਇਹ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਹੁਣਾਂ ਨੇ ਇਹਨਾਂ ਨੂੰ ਇਹ ਵੀ ਬਚਨ ਕਹੇ ਵੀ ਤੁਸੀਂ ਮਾਇਆ ਵੀ ਕਿਸੇ ਤੋਂ ਨਹੀਂ ਲੈਣੀ। ਜਿਹੜੇ ਬੱਚੇ ਇਹਨਾਂ ਦੇ ਕੋਲ ਪੜ੍ਹਦੇ ਨੇ, ਕੀਰਤਨ ਸਿੱਖਦੇ ਨੇ, ਉਹਨਾਂ ਤੋਂ ਕੋਈ ਮਾਇਆ ਇਹ ਨਹੀਂ ਲੈਂਦੇ। ਬੜੇ ਪਰਉਪਕਾਰੀ ਸੱਜਣ ਨੇ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਉਣਾ ਹੈ, ਵਿਦਿਆ ਪੜ੍ਹਾਉਣੀ ਹੈ, ਉਹਨਾਂ ਨੂੰ ਬੇਨਤੀ ਹੈ ਉਹ ਇਹਨਾਂ ਦੇ ਕੋਲ ਨਾਂ ਦਰਜ ਕਰਾ ਕੇ ਇੱਥੇ ਪੜ੍ਹਾ ਸਕਦੇ ਨੇ। ਜੇ ਆਪਣੇ ਪਿੰਡ ਵਿੱਚ ਲਿਜਾ ਕੇ ਵੀ ਉਹਨਾਂ ਨੇ ਉੱਥੇ ਕਲਾਸਾਂ ਲਾਣੀਆਂ ਹੋਣ, 5 7 10 ਬੱਚੇ ਹੋ ਜਾਣ, ਤੇ ਉਸ ਪਿੰਡ ਵਿੱਚ ਵੀ ਇਹ ਪਹੁੰਚ ਜਾਣਗੇ ਤੇ ਉੱਥੇ ਜਾ ਕੇ ਵੀ ਸੇਵਾ ਕਰਨਗੇ। ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਚਨ ਚੱਲ ਰਿਹਾ ਸੀ ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ। ਤੁਸੀਂ ਇਹ ਇਸ਼ਤਿਹਾਰ ਪੜ੍ਹੇ ਨੇ, ਉਹਨਾਂ ਦੇ ਉੱਤੇ ਲਿਖਿਆ ਹੋਇਆ ਹੈ ਸੰਤ ਮੋਹਨ ਸਿੰਘ ਜੀ ਭਿੰਡਰਾਂ ਵਾਲੇ। ਸਾਧ ਸੰਗਤ, ਮੈਂ ਸੰਤ ਮੋਹਨ ਸਿੰਘ ਜੀ ਹੋਣਾ ਦੇ ਦਰਸ਼ਨ ਕੀਤੇ ਨੇ ਖੁਦ। ਹਰ ਸਾਲ ਸਾਉਣ ਦੇ ਮਹੀਨੇ ਵਿੱਚ ਉਹ ਭੱਠਾ ਸਾਹਿਬ ਆ ਕੇ 30 ਦਿਨ ਇੱਥੇ ਰਹਿ ਕੇ ਪ੍ਰਚਾਰ ਕਰਦੇ ਸੀ। ਆਲੇ ਦੁਆਲੇ ਜਿੰਨੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਟਾਈਮ ਦੇਣਾ, ਜਿੱਥੇ ਕਿਤੇ ਸੰਗਤਾਂ ਨੇ ਯਾਦ ਕਰਨਾ, ਪਿੰਡਾਂ ਵਿੱਚ ਵੀ ਜਾਣਾ ਮਰਜ਼ਾਦਾ ਸਹਿਤ। ਇੱਕ ਵਾਰੀ ਦਾ ਬਚਨ ਹੈ ਸਾਧ ਸੰਗਤ, ਬਿੰਦਰਖ ਪਿੰਡ ਹੈ ਰੋਪੜ ਦੇ ਉਤਲੇ ਪਾਸੇ, 10ਮ ਪਾਤਸ਼ਾਹ ਦਾ ਉੱਥੇ ਗੁਰਦੁਆਰਾ ਹੈ। ਉੱਥੇ ਸਮਾਗਮ ਚੱਲ ਰਹੇ ਸਨ ਤੇ ਬਾਬਾ ਜੀ ਦੀ ਉੱਥੇ ਬੇਨਤੀ ਕੀਤੀ ਗਈ ਵੀ ਤੁਸੀਂ ਆਓ ਤਾਂ ਇੱਥੇ ਕਥਾ ਕਰੋ। ਉਹਨਾਂ ਨੇ ਆਨੰਦ ਸਾਹਿਬ ਦੇ ਵਿੱਚੋਂ ਇੱਕ ਸ਼ਬਦ ਲੈ ਕੇ ਕਥਾ ਕੀਤੀ। ਮੈਨੂੰ ਕਥਾ ਦੇ ਜਿਹੜੇ ਉਹਨਾਂ ਨੇ ਬਚਨ ਸਨ ਉਹ ਤੇ ਮੇਰੇ ਯਾਦ ਰਹਿ ਗਏ, ਮੈਨੂੰ ਸ਼ਬਦ ਭੁੱਲ ਗਿਆ ਕਿਹੜੀ ਕਥਾ ਕੀਤੀ ਸੀ। ਮੈਂ ਸੱਚ ਬੋਲਾਂਗਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਸੰਗਤ ਤੁਹਾਡੇ ਵਾਂਗ ਬੜੀ ਪੁਰਾਣੇ ਬਜ਼ੁਰਗ ਬੰਦੇ ਸਨ ਬੈਠੇ, ਬੜੇ ਸ਼ਰਧਾਵਾਨ। ਉਹਨਾਂ ਨੇ ਸਾਰੇ ਸ਼ਬਦ ਦੀ ਜਦੋਂ ਕਥਾ ਕਰਕੇ ਹਟੇ ਤੇ ਕਹਿਣ ਲੱਗੇ, ਸਾਧ ਸੰਗਤ ਕੁਛ ਆਨੰਦ ਆਇਆ ਇਸ ਅਰਥ ਦਾ, ਜਿਹੜਾ ਸ਼ਬਦ ਅਸੀਂ ਤੁਹਾਨੂੰ ਸੁਣਾਇਆ ਇਹਦੇ ਅਰਥ ਤੁਹਾਡੀ ਸਮਝ ਵਿੱਚ ਆਏ ਨੇ। ਤੇ ਸਾਰਿਆਂ ਨੇ ਅੱਗੇ ਬਾਹਾਂ ਖੜੀਆਂ ਕਰਕੇ ਕਹਿ ਦਿੱਤਾ ਜੀ ਬਹੁਤ ਆਨੰਦ ਆਇਆ। ਕਹਿਣ ਲੱਗੇ ਫਿਰ ਇੱਥੇ ਬਸ ਨਹੀਂ ਜੇ, ਇਸੇ ਹੀ ਸ਼ਬਦ ਦੇ ਤੁਹਾਨੂੰ ਅਰਥ ਇੱਕ ਹੋਰ ਸੁਣਾਉਣੇ। ਉਹਨਾਂ ਨੇ ਫਿਰ ਸਾਧ ਸੰਗਤ ਦੂਜਾ ਅਰਥ ਕੀਤਾ। ਉਹ ਅਰਥ ਜਦੋਂ ਸੁਣਾਇਆ ਤੇ ਸਾਰੀ ਸੰਗਤ ਨਿਹਾਲ ਹੋ ਗਈ। ਕਹਿਣ ਲੱਗੇ ਬਾਬਾ ਜੀ ਆਹ ਆਨੰਦ ਜ਼ਿਆਦਾ ਆਇਆ ਜੇ ਅੱਗੇ ਨਾਲੋਂ। ਕਹਿਣ ਲੱਗੇ ਫਿਰ ਇੱਥੇ ਵੀ ਬਸ ਨਹੀਂ ਜੇ। ਸਾਧ ਸੰਗਤ, ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੜਾ, ਸੱਚ ਬੋਲਣਾ ਚਾਹੀਦਾ।